ਨਰਿੰਦਰ ਸਿੰਘ ਤੋਮਰ ਨੇ ਜਿਹੜਾ ਬਿਆਨ ਦਿੱਤਾ ਹੈ, ਗੈਰ ਜ਼ਿੰਮੇਵਾਰਾਨਾ, ਹਾਸੋਹੀਣਾ, ਕਿਸਾਨਾਂ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਭਾਰਤ ਵਿੱਚ ਨੀਤੀ ਆਯੋਗ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੀਸਰੀ ਲਹਿਰ ਆਉਣੀ ਜ਼ਰੂਰ ਹੈ, ਪਰ ਇਸ ਤੋਂ ਪਹਿਲਾਂ ਅਸੀਂ ਜਿੰਨਾ ਟੀਕਾਕਰਨ ਕਰ ਲਈਏ ਉਹ ਸਾਡੇ ਹੱਕ ਵਿੱਚ ਹੋਵੇਗਾ, ਸਾਡੇ ਫਾਇਦੇ ਵਿੱਚ ਹੋਵੇਗਾ। ਐਲੋਪੈਥੀ ਦਵਾਈਆਂ ਨੂੰ ਪਿੱਛੇ ਸੁੱਟ ਕੇ ਅਜਿਹੇ ਹਸਪਤਾਲਾਂ ਨੂੰ ਪ੍ਰਮੋਟ ਕਰਨਾ ਜਿੱਥੇ ਦੇ ਇਲਾਜ ਕਰਨ ਦੇ ਤਰੀਕਿਆਂ ਬਾਰੇ ਕੋਈ ਪੱਕਾ ਨਿਯਮ ਨਹੀਂ ਹੈ, ਇਹ ਗਲਤ ਹੈ। ਨਰਿੰਦਰ ਮੋਦੀ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਜੋ ਚੱਕਰਵਾਤੀ ਤੂਫਾਨ ਆਇਆ ਸੀ ਉਸ ਦਾ ਜਾਇਜ਼ਾ ਲੈਣ ਲਈ ਬੰਗਾਲ ਪਹੁੰਚੇ ਨੇ ਤੇ ਮਮਤਾ ਬੈਨਰਜੀ ਨੇ ਆਖਿਆ ਕਿ ਜਿਸ ਮੀਟਿੰਗ ਵਿੱਚ ਮੈਨੂੰ ਹੋਣਾ ਚਾਹੀਦਾ ਸੀ ਨਰਿੰਦਰ ਮੋਦੀ ਦੇ ਨਾਲ, ਉੱਥੇ ਸਾਡੇ ਰਾਜਪਾਲ ਧਨਖੜ ਤੇ ਨਾਲ ਵਿਰੋਧੀ ਧਿਰ ਦੇ ਆਗੂ ਉੱਥੇ ਕੀ ਕਰ ਰਹੇ ਸਨ। ਰਾਹੁਲ ਗਾਂਧੀ ਆਪਣੀ ਖੁੱਡ ਦੇ ਵਿੱਚੋਂ ਤਾਂ ਨਿਕਲਦੇ ਨੇ, ਉਹ ਪਤਾ ਨਹੀਂ ਕਿੱਥੇ ਲੁਕੇ ਹੋਏ ਨੇ ਤੇ ਸਰਕਾਰ ਸਾਡੀ ਡੀਂਗਾ ਤਾਂ ਮਾਰਦੀ ਹੈ ਕਿ ਅਸੀਂ ਰੁਜ਼ਗਾਰ ਮੁਹੱਈਆ ਕਰਨੇ ਨੇ, ਪਰ ਤੁਸੀਂ ਹਾਲਾਤ ਦੇਖੋ ਸਵਲੀਨ ਜੀ, ਜਿਹੜੀ 450 ਰੁਪਏ ਦੀ ਟਿਕਟ ਟ੍ਰੇਨ ਦੀ ਲੈ ਕੇ ਕਦੇ ਮਜ਼ਦੂਰ ਆਇਆ ਕਰਦੇ ਸਨ, ਉਹ ਟ੍ਰੇਨਾਂ ਨਹੀਂ ਆ ਉਹਨਾਂ ਦੇ ਆਉਣ ਵਾਸਤੇ। ਇਸ ਵਾਰੀ ਪੰਜਾਬ ਦੇ ਵਿੱਚ ਬਹੁਤੀ ਜਿਹੜੀ ਖਰੀਦ ਹੈ ਉਹ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਮਾਰਕਫੈਡ ਤੇ ਪਨਸਪ ਨੇ ਕੀਤੀ ਹੈ। ਜੇ ਇਹ ਕਣਕ ਚੁਕਾਈ ਸਮੇਂ ਸਿਰ ਨਹੀਂ ਜਾਂਦੀ ਤੇ ਇਹਨਾਂ ਦੇ ਉੱਪਰ ਬਰਸਾਤ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਨੁਕਸਾਨ ਕਿਸੇ ਦਾ ਨਹੀਂ ਬਲਕਿ ਪੰਜਾਬ ਸਰਕਾਰ ਦਾ ਹੋਵੇਗਾ। ਟੋਕੀਓ ਦੇ ਵਿੱਚ ਓਲੰਪਿਕ ਜਿਹੜੀ ਹੈ ਛੇਤੀ ਸ਼ੁਰੂ ਹੋਣ ਜਾ ਰਹੀ ਹੈ, ਦਰਸ਼ਕਾਂ ਦੀ ਉੱਥੇ ਗੈਰ ਮੌਜੂਦਗੀ ਹੋਵੇਗੀ ਤੇ ਕੋਵਿਡ ਦੇ ਨਿਯਮਾਂ ਦਾ ਬਹੁਤ ਚੰਗੀ ਤਰ੍ਹਾਂ ਪਾਲਣ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਕੁਝ ਖਾਸ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਚਰਚਾ ਕਰਾਂਗੇ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਐਕਸਪਰਟ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਬਰੀਨ। ਕੁਲਦੀਪ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਅਹਿਮ ਮੁੱਦੇ ਤੋਂ ਕਰਦੇ ਹਾਂ। ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਤੋਮਰ ਨੇ ਇੱਕ ਬੜਾ ਅੜੀਅਲ ਜਿਹਾ ਬਿਆਨ ਦੇ ਦਿੱਤਾ ਹੈ ਤੇ ਉਹ ਬਿਆਨ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਵੈਸੇ ਤਾਂ ਸਵਲੀਨ ਜੀ ਦੁਖਦਾਈ ਗੱਲ ਹੈ ਕਿ ਸਰਕਾਰ ਅੱਜ ਤੱਕ ਕਿਸਾਨਾਂ ਤੇ ਇਲਜ਼ਾਮ ਲਾਉਂਦੀ ਰਹੀ ਹੈ ਕਿ ਸ਼ਰਤ ਨਾਲ ਗੱਲਬਾਤ ਨਹੀਂ ਹੁੰਦੀ, ਗੱਲਬਾਤ ਦੇ ਵਿੱਚ ਕੋਈ ਸ਼ਰਤ ਨਹੀਂ ਰੱਖੀ ਜਾਂਦੀ। ਤੇ ਕਿਸਾਨ ਸ਼ਰਤ ਰੱਖਦੇ ਸਨ ਕਿ ਜੈਸਰ ਨੂੰ ਕਿਸਾਨ ਤੇ ਲਿਖ ਗਿਆ ਆਪਣੀ ਗੱਲਬਾਤ ਤੋਂ, ਗੱਲਬਾਤ ਕਰਨ ਲਈ ਤਿਆਰ ਹੋਏ, ਪਰ ਕਹਿੰਦੇ ਸੀ ਕਿ ਇਹਨਾਂ ਤਿੰਨਾਂ ਕਾਨੂੰਨਾਂ ਤੇ ਗੱਲਬਾਤ ਕਰਨੀ ਹੈ। ਤੇ ਸਰਕਾਰ ਦਾ ਹਰ ਨੁਮਾਇੰਦਾ, ਚਾਹੇ ਉਹ ਬੀਜੇਪੀ ਦਾ ਕਿਸ ਤਰ੍ਹਾਂ ਦਾ ਵੀ ਆਗੂ ਹੋਵੇ, ਉਹ ਜਦੋਂ ਮੂੰਹ ਖੋਲਦਾ ਸੀ ਤੇ ਇਹੋ ਗੱਲ, ਇਹ ਕਿਸਾਨ ਅੜੀ ਤੇ ਹੁਣ ਤੋਮਰ ਸਾਹਿਬ ਨੇ ਕਹਿ ਦਿੱਤਾ ਕਿ ਦੇਖੋ ਜੇ ਗੱਲ ਕਰਨੀ ਤਾਂ ਕਰ ਲਓ ਸਾਡੇ ਨਾਲ, ਪਰ ਖੇਤੀ ਕਾਨੂੰਨਾਂ ਤੇ ਗੱਲਬਾਤ ਨਹੀਂ ਹੋਣੀ, ਹੋਰ ਜਿਹੜੀ ਮਰਜ਼ੀ ਸਾਡੇ ਨਾਲ ਗੱਲਬਾਤ ਕਰ ਲਓ। ਹੋਰ ਕਿਹੜੀ ਗੱਲਬਾਤ ਉੱਥੇ ਕੀਤੀ ਜਾਵੇਗੀ, ਇਹੋ ਹੀ ਸਵਾਲ ਉੱਠਦਾ ਹੈ। ਇੱਕ ਗੱਲ ਕਰਨ ਦਾ ਉਹਨਾਂ ਦਾ ਤਰੀਕਾ ਤੇ ਗੱਲ ਦਾ ਜਿਹੜਾ ਇੱਕ ਜਿਹੜੇ ਲਫ਼ਜ਼ ਉਹਨਾਂ ਨੇ ਵਰਤੇ ਨੇ, ਪਤਾ ਨਹੀਂ ਸਰਕੈਸਟਿਕਲੀ, ਹਾਸੇ ਮਜ਼ਾਕ ਦੇ ਵਿੱਚ ਭੱਦਾ ਕੋਝਾ ਮਜ਼ਾਕ ਕੀਤਾ ਹੈ ਕਿਸਾਨਾਂ ਨੂੰ, ਜਥੇਬੰਦੀਆਂ ਨੂੰ। ਮੈਂ ਕੁਝ ਦਿਨ ਪਹਿਲਾਂ ਹੀ ਮੋਰਚੇ ਤੋਂ ਜਾ ਕੇ ਆਇਆ ਔਰ ਜੋ ਉੱਥੇ ਹਾਲਾਤ ਵੇਖੇ ਨੇ, ਜੇ ਕੋਈ 1% ਵੀ ਇਹ ਸੋਚਦਾ ਹੈ ਕਿ ਉੱਥੇ ਕੋਈ ਕਿਸੇ ਕਿਸਮ ਦੀ ਪਿਕਨਿਕ ਹੈ ਜਾਂ ਉੱਥੇ ਏਸੀ ਲੱਗੇ ਹੋਏ ਨੇ ਜਾਂ ਖਾਣਾ ਦਾਣਾ ਬਹੁਤ ਹੈ, ਬਿਲਕੁਲ ਨਹੀਂ ਹੈ। ਇਸ ਵੇਲੇ ਉੱਥੇ ਹਾਲਾਤ ਬਹੁਤ ਸਖਤ ਨੇ, ਕਹਿਰ ਦੀ ਗਰਮੀ ਪਈ ਹੈ, ਬਾਰਿਸ਼ਾਂ ਵੀ ਹੋਈਆਂ ਨੇ ਪਿਛਲੇ ਦਿਨਾਂ ਵਿੱਚ, ਅਗਾਂਹ ਬਰਸਾਤ ਵੀ ਆਉਣ ਵਾਲੀ ਹੈ, ਹਨੇਰੀਆਂ ਝੱਖੜ ਵੀ ਆਉਣੇ ਨੇ। ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ, ਗੰਦਗੀ ਦੇ ਵਿੱਚ, ਕੱਟੇ ਮਿੱਟੀ ਦੇ ਵਿੱਚ, ਮੱਛਰ ਦੇ ਵਿੱਚ ਕਿਸਾਨ ਬੈਠੇ ਹੋਏ ਨੇ, ਉਹਨਾਂ ਪ੍ਰਤੀ ਇਹੋ ਜਿਹੇ ਲਫ਼ਜ਼ ਵਰਤ ਕੇ ਬਿਆਨ ਦੇ ਦੇਣੇ ਬਹੁਤ ਗੈਰ ਜ਼ਿੰਮੇਵਾਰਾਨਾ ਗੱਲ ਹੈ। ਬੇਸਿਕਲੀ ਉਹਨਾਂ ਨੇ, ਜੇ 1 ਮਿੰਟ ਲਈ ਅਸੀਂ ਮੰਨ ਵੀ ਲਈਏ ਕਿ ਉਹਨਾਂ ਨੇ ਸੀਰੀਅਸ ਹੋ ਕੇ ਗੱਲ ਕੀਤੀ ਹੋਵੇ, ਤੇ ਫਿਰ ਇੱਕ ਅੰਗਰੇਜ਼ੀ ਦੀ ਪ੍ਰੋਵਰਬ ਹੈ, ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ, ਵੀ ਆਰ ਆਲ ਇਨ ਦਾ ਗਟਰ ਬਟ ਸਮ ਆਫ ਅਸ ਆਰ ਲੁਕਿੰਗ ਐਟ ਦ ਸਟਾਰਸ। ਮਤਲਬ ਇਹ ਹੈ ਕਿ ਅਸੀਂ ਸਾਰੇ ਗਟਰ ਦੇ ਵਿੱਚ ਡਿੱਗੇ ਹੋਏ ਹਾਂ, ਪਰ ਸਾਡੇ ਵਿੱਚੋਂ ਕੁਝ ਲੋਕ ਗਟਰ ਦੇ ਵਿੱਚ ਡਿੱਗੇ ਹੋਣ ਦੇ ਬਾਵਜੂਦ ਸਿਤਾਰਿਆਂ ਤੇ ਨਜ਼ਰ ਮਾਰ ਰਹੇ ਕਿ ਸਿਤਾਰਿਆਂ ਦੀ ਚਮਕ ਦੇਖੋ, ਸਿਤਾਰਿਆਂ ਦੀ ਖੂਬਸੂਰਤੀ ਦੇਖੋ। ਗੱਲ ਤੇ ਇਹ ਹੈ ਕਿ ਇਸ ਵਿੱਚੋਂ ਨਿਕਲਣਾ ਕਿਵੇਂ ਹੈ। ਉਹ ਬੇਸਿਕਲੀ ਜਿਹੜੀ ਉੱਥੇ ਸਥਿਤੀ ਹੈ ਸਿੰਘੂ ਮੋਰਚੇ ਤੇ, ਉਹ ਇਸੇ ਤਰ੍ਹਾਂ ਦੀ ਹੈ, ਕੋਈ ਫਨ ਨਹੀਂ। ਜਿਹਨਾਂ ਕਿਸੇ ਨੇ ਵੀ ਬਿਆਨ ਦਿੱਤੇ ਸਨ ਸਿਆਲ ਦੇ ਵਿੱਚ, ਕੋਈ ਉਦੋਂ ਲੋਕ ਇਹੋ ਜਿਹੇ ਗਏ ਵੀ ਹੋਣਗੇ ਜਿਹੜੇ ਸ਼ਾਇਦ ਇਸ ਅੱਛੇ ਨਾ ਗਏ ਹੋਣ ਕਿ ਦੇਖ ਕੇ ਆਈਏ ਉੱਥੇ ਕੀ ਹੁੰਦਾ। ਦੇਖਣ ਵਾਲਾ ਉੱਥੇ ਕੋਈ ਨਹੀਂ ਹੈ, ਸਟਰਗਲ ਹੈ, ਸੰਘਰਸ਼ ਹੈ। ਤੇ ਜੇ ਕਿਸਾਨਾਂ ਨਾਲ ਹੁਣ ਗੱਲਬਾਤ ਕਰਨ ਦੀ ਗੱਲ ਤੋਮਰ ਸਾਹਿਬ ਕਰਦੇ ਨੇ, ਇੱਕ ਨੁਕਤਾ ਇੱਥੇ ਹੋਰ ਆਉਂਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਹੋਰ ਗਾਂਹ ਦੀ ਗੱਲ ਕਰ ਲਓ, ਤੇ ਤੁਸੀਂ
ਭਲਿਓ ਮਾਨਸੋ ਇਹ ਦੱਸੋ ਕਿ ਜੇ ਗੱਲ ਕਿਸਾਨਾਂ ਨਾਲ ਹੁਣ ਕਿਉਂ ਕਰਨ ਚੱਲੇ ਹੋ, ਤੇ ਜਦੋਂ ਕਾਨੂੰਨ ਬਣਾਉਣੇ ਸਨ ਉਦੋਂ ਕਿਸਾਨਾਂ ਨਾਲ ਗੱਲਬਾਤ ਕਿਉਂ ਨਾ ਕੀਤੀ? ਕਿਹਨੂੰ ਪੁੱਛ ਕੇ ਕਾਨੂੰਨ ਬਣਾਏ ਸਨ? ਮਾਹਿਰਾਂ ਨਾਲ। ਉਹਨਾਂ ਮਾਹਿਰਾਂ ਦੇ ਨਾਮ ਤਾਂ ਦੱਸੋ। ਤੁਹਾਡੇ ਜਦੋਂ ਤੁਸੀਂ ਨੋਟਬੰਦੀ ਕੀਤੀ ਹੈ ਤੇ ਨੋਟਬੰਦੀ ਦੀ ਹਮਾਇਤ ਕਰਨ ਵਾਲੇ ਜਿਹੜੇ ਇਕੋਨੋਮਿਸਟ ਸਾਹਮਣੇ ਆਏ, ਉਹਨਾਂ ਦੇ ਵਿੱਚ ਅਨੁਪਮ ਖੇਰ ਹੈ, ਵਿਰਾਟ ਕੋਹਲੀ ਹੈ, ਗੌਤਮ ਗੰਭੀਰ ਹੈ, ਵਰਿੰਦਰ ਸਹਿਵਾਗ ਹੈ, ਤੇ ਹੋਰ ਇੱਕ ਦੋ ਬਾਲੀਵੁੱਡ ਦੇ ਸਿਤਾਰੇ ਹੈ। ਉਹ ਜਿਹੜੇ ਮਾਹਿਰ ਸੀ ਉਹਨਾਂ ਨੂੰ ਤਾਂ ਤੁਸੀਂ ਬੋਲਣ ਨਾ ਦਿੱਤਾ। ਡਾਕਟਰ ਅਮ੍ਰਿਤਿਆ ਸੇਨ, ਜਿਨ੍ਹਾਂ ਕੋਲ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਹੈ ਔਰ ਭਾਰਤ ਦੇ ਵਿੱਚ ਉਹ ਆਉਣ ਤੋਂ ਵੀ ਗੁਰੇਜ਼ ਕਰਦੇ ਨੇ ਇਸ ਵੇਲੇ, ਉਹ ਪਿਛਲੇ ਦਿਨੀ ਸਰਕਾਰ ਤੇ ਫਿਰ ਵਰੇ ਨੇ। ਕੋਵਿਡ ਨਾਲ ਨਜਿੱਠਣ ਨੂੰ ਲੈ ਕੇ, ਆਰਥਿਕ ਸੁਧਾਰਾਂ ਨੂੰ ਲੈ ਕੇ, ਤੇ ਹੋਰ ਅਜਿਹੇ ਬਹੁਤ ਸਾਰੇ ਮੁੱਦਿਆਂ ਤੇ ਜਿਨ੍ਹਾਂ ਵਿੱਚ ਆਰਥਿਕ ਨੀਤੀ 'ਚ ਸਰਕਾਰ ਫੇਲ ਹੁੰਦੀ ਜਾਪ ਰਹੀ ਹੈ, ਉਹਨਾਂ ਤੇ ਸਰਕਾਰ ਦੀ ਉਹਨਾਂ ਨੇ ਖਿਚਾਈ ਕੀਤੀ ਹੈ। ਮੈਂ ਇੱਕ ਪਿੱਛੇ ਜਿਹਾ ਉਹਨਾਂ ਦੀ ਗੱਲਬਾਤ ਸੁਣ ਰਿਹਾ ਸਾਂ ਜੋ ਕੋਈ ਸਮਾਂ ਪਹਿਲਾਂ ਆਈ ਸੀ। ਭਾਜਪਾ ਦੇ ਇੱਕ ਆਗੂ ਡਾਕਟਰ ਅਮ੍ਰਿਤਾ ਸੇਨ ਨੂੰ ਚੈਲੰਜ ਕਰ ਰਹੇ ਨੇ, ਉਹ ਨੁਕਸ ਕੱਢ ਕੇ ਤੇ ਫੈਕਟਸ ਦੇ ਨਾਲ ਗੱਲ ਕਰ ਰਹੇ ਨੇ ਕਿ ਦੇਖੋ ਆਹ ਚੀਜ਼ਾਂ ਸਾਡੀ ਇਕਨੋਮੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ, ਸਰਕਾਰ ਇਸ ਤਰ੍ਹਾਂ ਕਹਿ ਰਹੀ ਹੈ ਪਰ ਅਜਿਹਾ ਹੁੰਦਾ ਨਹੀਂ। ਉਹ ਤੱਥਾਂ ਤੇ ਆਧਾਰਿਤ ਗੱਲ ਕਰ ਰਹੇ ਸਨ, ਤੇ ਜਦ ਕਿ ਭਾਜਪਾ ਆਗੂ ਉਹਨਾਂ ਨੂੰ ਅੱਗੋਂ ਇਹ ਕਹਿ ਰਹੇ ਸਨ ਕਿ ਜਿਹੜਾ ਵਿਅਕਤੀ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਉਹ ਦੇਸ਼ ਦਾ ਵਿਰੋਧੀ ਹੈ ਤੇ ਦੇਸ਼ ਦੇ ਖਿਲਾਫ ਗੱਲ ਕਰ ਰਿਹਾ। ਇਹ ਦੋ ਪਾਸੇ ਦੀਆਂ ਗੱਲਾਂ ਨੇ, ਅਜਿਹੀਆਂ ਹੋਣੀਆਂ ਨਹੀਂ ਚਾਹੀਦੀਆਂ। ਹੁਣ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਤੁਸੀਂ ਬਣਾ ਕੇ ਕਾਨੂੰਨ ਜਿਹੜੇ ਨੇ ਥੋਪ ਦਿੱਤੇ ਨੇ, ਤੇ ਹੁਣ ਉਹਨਾਂ ਤੇ ਤੁਸੀਂ ਗੱਲ ਕਿਸਾਨਾਂ ਨਾਲ ਨਹੀਂ ਕਰਨੀ ਤੇ ਹੋਰ ਕਿਹਦੇ ਨਾਲ ਕਰਨੀ ਹੈ? ਤੇ ਕੀ ਫਿਰ ਜੇ ਕਿਸਾਨਾਂ ਨਾਲ ਇਹ ਗੱਲ ਨਹੀਂ ਕਰਨੀ ਤਾਂ ਉੱਥੇ ਬਾਤਾਂ ਪਾਉਣੀਆਂ ਨੇ, ਲਤੀਫੇ ਸੁਣਾਉਣੇ ਨੇ? ਕੋਈ ਕਿਸਾਨ ਇਸ ਕੰਮ ਲਈ ਵਿਹਲੇ ਨਹੀਂ ਉੱਥੇ ਗਏ ਹੋਏ, ਮੋਰਚੇ ਲੱਗੇ ਹੋਏ ਨੇ। ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਸਰਕਾਰ ਨੇ ਜਿੰਨੀਆਂ ਕੋ ਚਾਲਾਂ ਚੱਲੀਆਂ ਨੇ, ਜਿੰਨੀਆਂ ਵੀ ਕਿਸਾਨੀ ਮੋਰਚੇ ਨੂੰ, ਸੰਘਰਸ਼ ਨੂੰ ਫੇਲ ਕਰਨ ਲਈ, ਉਹਨਾਂ ਵਿੱਚੋਂ ਸ਼ਾਇਦ ਇੱਕ ਅੱਧੀ ਵਿੱਚੋਂ ਮਾੜੀ ਮੋਟੀ ਕਾਮਯਾਬੀ ਮਿਲੀ ਹੋਵੇ, ਪਰ ਜਿਸ ਤਰ੍ਹਾਂ ਦੀ ਉਮੀਦ ਕਾਮਯਾਬੀ ਦੀ ਸਰਕਾਰ ਨੇ ਲਾਈ ਹੋਈ ਸੀ ਉਹ ਨਹੀਂ ਮਿਲ ਸਕੀ। ਸੋ ਇਸ ਕਰਕੇ ਸਰਕਾਰ ਇਸ ਮੁੱਦਿਆਂ ਤੇ ਜਿਹੜਾ ਵੀ ਸਟੈਪ ਲੈਂਦੀ ਆ ਉਹ ਫੇਲ ਹੁੰਦਾ ਜਾਪਦਾ ਹੈ। ਹੁਣ ਸਰਕਾਰ ਦੇ ਇੱਕ ਹੋਰ ਭਾਜਪਾ ਆਗੂ ਜੋ ਪੰਜਾਬ ਤੋਂ ਨੇ, ਉਹਨਾਂ ਨੇ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਤੇ ਉਹਨਾਂ ਦੀ ਗੱਲ ਦਾ ਹੁਣ ਕਿੰਨਾ ਕੁ ਵਜ਼ਨ ਹੈ, ਤੇ ਉਹਨਾਂ ਨੂੰ ਦਿੱਲੀ ਕਦੋਂ ਬੁਲਾ ਕੇ ਤੇ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਜਾਂਦੀ ਹੈ, ਤੇ ਉਹ ਫਿਰ ਜਿਵੇਂ ਜਿਹੜੇ ਬਾਕੀ ਆਪਣੇ ਸੁਰਜੀਤ ਕੁਮਾਰ ਜਿਆਣੀ ਵਾਂਗ ਬੋਲਣਾ ਸ਼ੁਰੂ ਕਰਦੇ ਨੇ, ਤੇ ਉਹ ਕਦੋਂ ਸ਼ੁਰੂ ਕਰਦੇ ਨੇ ਇਹ ਵੇਖਣਾ ਬਣਦਾ ਹੈ। ਪਰ ਇਹ ਨਰਿੰਦਰ ਸਿੰਘ ਤੋਮਰ ਨੇ ਜਿਹੜਾ ਬਿਆਨ ਦਿੱਤਾ ਹੈ, ਗੈਰ ਜ਼ਿੰਮੇਵਾਰਾਨਾ, ਹਾਸੋਹੀਣਾ, ਕਿਸਾਨਾਂ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਮੈਂ ਇਸ ਨੂੰ ਇਸੇ ਤਰ੍ਹਾਂ ਹੀ ਵੇਖਦਾ। ਸੀਰੀਅਸਨੈਸ ਇਸ ਦੇ ਵਿੱਚ ਜਿਹੜੀ ਸੰਜੀਦਗੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ। ਕੁਲਦੀਪ ਜੀ, ਇਹ ਕਿਆਸ ਲਗਾਏ ਜਾ ਰਹੇ ਸੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਪੱਛਮੀ ਬੰਗਾਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਥੋੜੇ ਜਿਹੇ ਝੁਕਣਗੇ, ਪਰ ਇਹਨਾਂ ਦੀ ਧੌਣ 'ਚ ਤੇ ਅਜੇ ਵੀ ਬੜਾ ਵੱਡਾ ਕਿਲ੍ਹਾ ਹੈ। ਅਸਲ 'ਚ ਦੇਖਣ ਦਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉਹ ਦੇਖ ਨਹੀਂ ਰਹੇ। ਹੁਣ ਇੱਕ ਹੋਰ ਅੰਗਰੇਜ਼ੀ ਦੀ ਇੱਕ ਬੇਸਿਕਲੀ ਇੱਕ ਗੱਲ ਹੈ, ਕਹਿੰਦੇ ਕਿ ਆਲਵੇਜ਼ ਫੋਕਸ ਔਨ ਦਾ ਫਰੰਟ ਵਿੰਡਸ਼ੀਲਡ ਐਂਡ ਨਾਟ ਇਨ ਦਾ ਰੀਅਰ ਵਿਊ ਮਿਰਰ। ਇਹ ਅੱਗੇ ਦੇਖਣ ਦਾ ਯਤਨ ਨਹੀਂ ਕਰ ਰਹੇ ਕਿ ਸਾਡੇ ਨਾਲ ਕੀ ਹੋ ਸਕਦਾ ਹੈ, ਤੇ ਕਿਸਾਨਾਂ ਦੀ ਇਸ ਲੰਬੀ ਚੱਲ ਰਹੀ ਐਜੀਟੇਸ਼ਨ ਦਾ ਖਾਮਿਆਜ਼ਾ ਸਾਨੂੰ ਕਿੱਥੇ ਤੱਕ ਭੁਗਤਣਾ ਪੈ ਸਕਦਾ ਹੈ। ਯੂਪੀ ਵਿੱਚ ਚੋਣਾਂ ਸਿਰ ਤੇ ਨੇ, ਪੰਜਾਬ ਵਿੱਚ ਚੋਣਾਂ ਸਿਰ ਤੇ ਨੇ, ਹੋਰ ਕਈ ਸੂਬਿਆਂ ਦੇ ਵਿੱਚ, ਗੋਆ ਦੇ ਵਿੱਚ ਵੀ ਚੋਣਾਂ ਸਿਰ ਤੇ ਨੇ, ਔਰ ਕਈ ਸੂਬਿਆਂ ਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਗਾਲ ਦੇ ਵਿੱਚ ਬੜੀ ਜ਼ਬਰਦਸਤ ਖਿੱਚੋਤਾਣ ਇਸ ਵੇਲੇ ਚੱਲ ਰਹੀ ਹੈ, ਔਰ ਮਮਤਾ ਬੈਨਰਜੀ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੀ। ਪਰ ਕਿਸਾਨਾਂ ਦੀਆਂ ਮੰਗਾਂ ਵੱਲ ਇਸ ਤਰ੍ਹਾਂ ਬੇਧਿਆਨੀ ਕਰਨੀ, ਤੇ ਮਨੋਹਰ ਲਾਲ ਖੱਟਰ ਵਰਗੇ ਕੁਛ ਆਗੂਆਂ ਨੂੰ ਅੱਗੇ ਕਰਕੇ ਕੋਈ ਨਾ ਕੋਈ ਬਿਆਨ ਛੱਡੀ ਜਾਣਾ, ਦੇਈ ਜਾਣਾ, ਇਹ ਕਿਸਾਨਾਂ ਨੂੰ ਜਿਹੜਾ ਹੈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕਿਸਾਨ ਵਿਚਾਰੇ ਕੀ ਕਰਨ? ਫਸਲਾਂ ਵੀ ਇਸੇ ਤਰ੍ਹਾਂ ਹੀ ਸਾਂਭੀਆਂ ਨੇ, ਅਗਲੀਆਂ ਫਸਲਾਂ ਦੀ ਬਿਜਾਈ ਲੁਆਈ ਜਿਹੜੀ ਆ ਉਹ ਵੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਕਿਸਾਨ ਦਾ ਜੀਵਨ ਜੋ ਪਹਿਲਾਂ ਹੀ ਬਹੁਤ ਮੁਸ਼ਕਲਾਂ ਭਰਿਆ ਸੀ, ਉਸ ਨੂੰ ਹੋਰ ਔਖਿਆਂ ਕਰ ਦਿੱਤਾ ਹੈ ਇਹਨਾਂ ਸਿਆਸਤਦਾਨਾਂ। ਕੁਲਦੀਪ ਜੀ, ਬੜੇ ਸਕੂਨ ਵਾਲੀ ਗੱਲ ਹੈ ਕਿ ਭਾਰਤ ਨੂੰ ਕਰੋਨਾ ਤੋਂ ਥੋੜੀ ਜਿਹੀ ਰਾਹਤ ਮਿਲੀ ਹੈ, ਤੇ ਇਸ ਵੇਲੇ ਤੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ? ਪਹਿਲੀ ਵਾਰ ਕੇਸ ਜਿਹੜੇ ਨੇ ਇੱਕ ਦਿਨ ਦੇ ਵਿੱਚ 1 ਲੱਖ ਤੋਂ ਥੱਲੇ ਆਏ ਦੱਸੇ ਜਾਂਦੇ ਨੇ, ਤੇ ਠੀਕ ਹੋਣ ਵਾਲੇ ਦੀ ਗਿਣਤੀ 1.5 ਲੱਖ ਦੇ ਆਸ-ਪਾਸ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸੈਂਟਰ ਦੇ ਪੂਰੇ ਭਾਰਤ ਦੇ ਪ੍ਰਪੋਰਸ਼ਨੇਟ ਦੇ ਵਿੱਚ ਕੇਸ ਘਟੇ ਨੇ, ਤੇ ਪੰਜਾਬ ਵਿੱਚ ਜਿਹੜੇ ਨੇ ਇਸ ਵਕਤ ਜਿਹੜੇ ਨੇ ਕੇਸ ਨੇ, ਐਕਟਿਵ ਕੇਸ ਜਿਹੜੇ ਨੇ ਉਹਨਾਂ ਦੀ ਗਿਣਤੀ ਵੀ ਤਕਰੀਬਨ ਕਾਫੀ ਘਟ ਗਈ ਹੈ। ਪੰਜਾਬ ਵਿੱਚ ਐਕਟਿਵ ਕੇਸ 20,000 ਦੇ ਆਸ-ਪਾਸ ਜਿਹੜੇ ਨੇ, ਜਾਂ 20,000 ਤੋਂ ਵੀ ਥੱਲੇ ਦੱਸੇ ਜਾਂਦੇ ਨੇ। ਕਿਸੇ ਟਾਈਮ ਇਹੋ ਹੀ ਕੇਸ 77,000 ਸਨ, ਤੇ ਜਦੋਂ ਕਰੋਨਾ ਦੀ ਦੂਜੀ ਲਹਿਰ ਆਈ ਨਹੀਂ ਸੀ ਅਜੇ, ਤੇ ਪੰਜਾਬ ਦੇ ਵਿੱਚ ਇਹੀ ਕੇਸ 4,000 ਦੇ ਆਸ-ਪਾਸ ਰਹਿ ਗਏ ਸਨ। ਸਰਕਾਰ ਨੇ ਵੀ ਕੁਝ ਖੁੱਲ੍ਹਾਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦਾ ਸਮਾਂ ਵਧਾਇਆ ਗਿਆ ਹੈ। ਸਵਲੀਨ ਜੀ, ਇਹ ਗੱਲ ਹੈ ਕਿ ਮੈਂ ਸਮਝਦਾ ਕਿ ਇਸ ਵਾਰੀ ਮੌਤਾਂ ਦਾ ਤੇ ਜੋ ਉਹ ਇਸ ਵਾਰੀ ਭਿਆਨਕ ਨਾਚ ਵੇਖਣ ਨੂੰ ਮਿਲਿਆ, ਤੇ ਲੋਕ ਕਈ ਇੰਨੇ ਜ਼ਿਆਦਾ ਬਿਮਾਰ ਹੋਏ ਕਿ ਅਜੇ ਤੱਕ ਉਹ ਪੈਰਾਂ ਤੇ ਆ ਨਹੀਂ ਸਕੇ।
ਤੇ ਅਜੇ ਵੀ ਨਵੇਂ ਕੇਸ ਜਿਹੜੇ ਨੇ ਉਹ ਆ ਰਹੇ ਨੇ ਸਾਹਮਣੇ। ਹੂੰ ਇਸ ਸਥਿਤੀ ਨੇ ਲੋਕਾਂ ਨੂੰ ਝੰਬਿਆ ਬਹੁਤ ਹੈ। ਪਰ ਪਿਛਲੀ ਸਾਲ ਜਦੋਂ ਅਜਿਹਾ ਇੱਕ ਲੋਕਡਾਊਨ ਲਾ ਦਿੱਤਾ ਸੀ ਸਰਕਾਰ ਨੇ, ਤੇ ਸਰਕਾਰ ਨੇ ਸਮਝ ਲਿਆ ਸੀ ਕਾਬੂ ਪਾ ਲਿਆ ਲੋਕਡਾਊਨ ਲਾ ਕੇ, ਤੇ ਬੇਰੁਜ਼ਗਾਰੀ ਦਾ ਦੇਖੀ ਜਾਊਗਾ ਕੀ ਹੋਣਾ ਹੈ। ਪਰ ਸਰਕਾਰ ਨੇ ਇਸ ਵਾਰੀ ਕੋਈ ਬਹੁਤ ਜ਼ਿਆਦਾ ਸਖਤੀ ਨਹੀਂ ਵਰਤੀ, ਕਿਤੇ ਕਿਤੇ ਪੂਰਾ ਲੋਕਡਾਊਨ ਲਾਇਆ ਗਿਆ। ਪੰਜਾਬ ਦੇ ਵਿੱਚ ਰੈਲੇਟਿਵਲੀ ਚੱਲਣ ਦਿੱਤੇ ਗਏ, ਖਾਸ ਤੌਰ ਤੇ ਖੇਤੀ ਦੇ ਤੇ ਦੁਕਾਨਦਾਰਾਂ ਨੂੰ ਵੀ ਥੋੜੀ ਬਹੁਤੀ ਰਾਹਤ ਜਿਹੜੀ ਸੀ ਲਗਾਤਾਰ ਮਿਲਦੀ ਰਹੀ। ਹੁਣ ਜਿਹੜੇ ਹਾਲਾਤ ਨੇ, ਬਲੈਕ ਫੰਗਸ ਨਾਲ ਕੁਝ ਮੌਤਾਂ ਹੋ ਰਹੀਆਂ ਜੀ ਨੇ, ਜਿਨ੍ਹਾਂ ਬਾਰੇ ਅਜੇ ਤੱਕ ਕੋਈ ਕਲੈਰਿਟੀ ਨਹੀਂ ਹੈ ਕਿ ਉਸ ਦਾ ਇਲਾਜ ਕਿਵੇਂ ਹੈ ਤੇ ਕੀ ਹੈ ਅਤੇ ਬੈੱਡ ਖਾਲੀ ਪਏ ਨੇ। ਜਿੱਥੇ ਬਹੁਤ ਜ਼ਿਆਦਾ ਗਿਣਤੀ ਸੀ ਦਿੱਲੀ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪੰਜਾਬ ਤੋਂ ਵੀ ਘੱਟ ਹੈ। ਇਸ ਵੇਲੇ ਐਕਟਿਵ ਕੇਸ ਜਿਹੜੇ ਨੇ ਦੱਸੇ ਜਾਂਦੇ ਨੇ। ਦਿੱਲੀ ਦੇ ਵਿੱਚ ਕਾਫੀ ਰਾਹਤ ਵਾਲੀ ਖਬਰ ਹੈ ਕਿ ਉੱਥੇ ਬਹੁਤ ਜ਼ਿਆਦਾ ਤੇ ਕਈ ਡਾਕਟਰਾਂ ਦੀਆਂ ਮੌਤਾਂ ਵੀ ਹੋਈਆਂ। ਤੇ ਡਾਕਟਰਾਂ ਨੂੰ ਤੇ ਸਾਰੇ ਹੈਲਥ ਵਰਕਰ ਕਾਮਿਆਂ ਨੂੰ ਸੈਲੂਟ ਹੈ, ਜਿਨ੍ਹਾਂ ਨੇ ਇਸ ਸਮੇਂ ਦੇ ਦਰਮਿਆਨ ਦਿਲ ਜਾਨ ਲਾ ਕੇ ਤੇ ਆਪਣੀ ਜਾਨ ਜੋਖਮ ਚ ਪਾ ਕੇ ਲੋਕਾਂ ਦੀ ਹੈ। ਪੋਜ਼ਿਟਿਵਿਟੀ ਦਰ ਕਾਫੀ ਘਟ ਗਈ ਹੈ। ਰਿਕਵਰੀ ਰੇਟ ਜਿਹੜੀ ਹੈ 97-98% ਦੇ ਆਸ-ਪਾਸ ਆ ਪਹੁੰਚੀ ਹੈ। ਤੇ ਦੂਸਰੀ ਲਹਿਰ ਦੇ ਵੇਲੇ ਜੋ ਸ਼ੁਰੂ ਹੋਈ ਸੀ, ਤੇ ਉਦੋਂ ਇੱਕ ਨਵਾਂ ਵੇਰੀਐਂਟ ਆਉਣ ਦੀ ਗੱਲ ਕੀਤੀ ਸੀ, ਤੇ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਇੱਕ ਤੀਸਰਾ ਜਾਂ ਚੌਥਾ ਵੇਰੀਐਂਟ ਆਉਣ ਦੀਆਂ ਕੁਝ ਖਬਰਾਂ ਵੀ ਆ ਰਹੀਆਂ ਨੇ। ਤੇ ਭਾਰਤ ਵਿੱਚ ਨੀਤੀ ਆਯੋਗ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੀਸਰੀ ਲਹਿਰ ਆਉਣੀ ਜ਼ਰੂਰ ਹੈ, ਪਰ ਇਸ ਤੋਂ ਪਹਿਲਾਂ ਅਸੀਂ ਜਿੰਨਾ ਟੀਕਾਕਰਨ ਕਰ ਲਈਏ ਉਹ ਸਾਡੇ ਹੱਕ ਵਿੱਚ ਹੋਵੇਗਾ, ਸਾਡੇ ਫਾਇਦੇ ਵਿੱਚ ਹੋਵੇਗਾ। ਪਰ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਪੂਰੇ ਭਾਰਤ ਦੇ ਵਿੱਚ। ਕਰੋੜਾਂ ਜੋਬਾਂ ਨੌਕਰੀਆਂ ਜਿਹੜੀਆਂ ਨੇ ਜਾ ਚੁੱਕੀਆਂ ਨੇ, ਔਰ ਇਸ ਬਹੁਤ ਲੋਕ ਜਿਹੜੇ ਨੇ ਇਸ ਵੇਲੇ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਕਿ ਕਿਸੇ ਤਰ੍ਹਾਂ ਰੋਜ਼ਗਾਰ ਜਿਹੜਾ ਉਹ ਹਾਸਲ ਕੀਤਾ ਜਾਵੇ। ਸਰਕਾਰਾਂ ਵੱਲੋਂ ਕੋਈ ਖਾਸ ਨਹੀਂ ਕੀਤਾ ਜਾ ਰਿਹਾ। ਇੱਕ ਥਿਊਰੀ ਇਹ ਵੀ ਚੱਲ ਰਹੀ ਹੈ ਕਿ ਭਾਰਤ ਦੀ ਰਿਜ਼ਰਵ ਬੈਂਕ ਜਿਹੜੀ ਹੈ ਉਹਨਾਂ ਵੱਲੋਂ ਕੁਝ ਨਵੇਂ ਨੋਟ ਜਿਹੜੇ ਹਨ ਛਾਪ ਕੇ ਜਿਹੜਾ ਹੈ ਇਕਨੋਮੀ ਨੂੰ ਕੁਝ ਸਥਿਰ ਕਰਨ ਦਾ ਯਤਨ ਕੀਤੇ ਜਾਣ। ਜੀ ਇਹ ਨਹੀਂ ਕਿ ਕੋਈ ਮਾੜੀ ਗੱਲ ਹੈ। ਦੁਨੀਆ ਦੇ ਵੱਡੇ ਵੱਡੇ ਦੇਸ਼ ਹਨ, ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ ਜਿਹੜੀ ਉੱਥੇ ਦੀ ਬੈਂਕ ਆਫ ਅਮਰੀਕਾ ਹੈ ਜਾਂ ਉਹਨਾਂ ਦੀਆਂ ਵੱਡੀਆਂ ਸੰਸਥਾਵਾਂ ਨੇ, ਉਹਨਾਂ ਵੱਲੋਂ ਜਿਹੜੇ ਹਨ ਨੋਟ ਇਸ ਤਰ੍ਹਾਂ ਛਾਪ ਕੇ ਸਰਕਾਰ ਦੀ ਮਨਜ਼ੂਰੀ ਨਾਲ ਇਕਨੋਮੀ ਨੂੰ ਕਈ ਵਾਰੀ ਧੱਕਾ ਲਾਉਣ ਦਾ ਯਤਨ ਕੀਤਾ ਜਾਂਦਾ ਹੈ। ਪਰ ਕਈ ਦੇਸ਼ਾਂ ਵਿੱਚ ਇਸ ਦਾ ਤਜਰਬਾ ਜਿਹੜਾ ਬਹੁਤ ਬੁਰੀ ਤਰ੍ਹਾਂ ਫੇਲ ਵੀ ਹੋਇਆ ਹੈ ਕਿ ਭਾਰਤ ਸਰਕਾਰ ਅਗਰ ਇਸ ਤਰ੍ਹਾਂ ਸੋਚ ਰਹੀ ਹੈ ਕਿ ਇਕਨੋਮੀ ਦੇ ਵਿੱਚ ਇਸ ਤਰ੍ਹਾਂ ਕੋਈ ਨਵੀਂ ਰੂਹ ਜਿਹੜੀ ਆ ਫੂਕੀ ਜਾਵੇ, ਤੇ ਉਹ ਹੁਣ ਇਹਨਾਂ ਨੂੰ ਦੇਖਣਾ ਪਏਗਾ। ਤਕਨੀਕੀ ਗੱਲਾਂ ਨੇ, ਇਹਨਾਂ ਬਾਰੇ ਮੈਂ ਬਹੁਤਾ ਕੁਝ ਜਾਣਦਾ ਨਹੀਂ, ਪਰ ਇਸ ਤਰ੍ਹਾਂ ਸਰਕਾਰ ਦੇ ਬਾਰੇ ਕਨਸੂਆਂ ਆਈਆਂ ਨੇ ਕਿ ਸਰਕਾਰ ਇਸ ਦੇ ਵਿੱਚ ਸੋਚ ਰਹੀ। ਕੁਲਦੀਪ ਜੀ, ਤੁਸੀਂ ਹੁਣੇ ਕਿਹਾ ਕਿ ਨੀਤੀ ਆਯੋਗ ਕਹਿ ਰਿਹਾ ਕਿ ਤੀਸਰੀ ਲਹਿਰ ਤੋਂ ਪਹਿਲਾਂ ਟੀਕਾਕਰਨ ਕਰਦੀ ਹੈ, ਤੇ ਟੀਕਾਕਰਨ ਦਾ ਇਸ ਵੇਲੇ ਦੇਸ਼ 'ਚ ਕੀ ਹਾਲਾਤ ਨੇ? ਸਵਲੀਨ, ਜਿਹੜੀ ਤਾਂ ਡਬਲ ਡੋਜ਼ ਦੀ ਗੱਲ ਹੈ, ਜਿਹਨੂੰ ਫੁੱਲੀ ਵੈਕਸੀਨੇਟਡ ਅਸੀਂ ਕਹਿੰਦੇ ਹਾਂ, ਕਿ ਅਮਰੀਕਾ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਨਹੀਂ, ਮੇਰੇ ਖਿਆਲ ਹੈ ਕਿ 15-20 ਦਿਨ ਹੋ ਗਏ ਨੇ ਇਸ ਗੱਲ ਕੀਤੀ ਹੋਈ ਨੂੰ ਕਿ ਭਾਈ ਜਿਨ੍ਹਾਂ ਨੇ 2 ਟੀਕੇ ਲਗਵਾ ਲਏ ਨੇ ਉਹਨਾਂ ਕੋਲ ਸਰਟੀਫਿਕੇਟ ਹੈ, ਉਹ ਮਾਸਕ ਨਾ ਲਾਉਣ, ਉਹ ਫ੍ਰੀ ਨੇ। ਤੇ ਉੱਥੇ ਰਹਿਤਾਂ ਵੀ ਦਿੱਤੀਆਂ ਜਾ ਰਹੀਆਂ ਨੇ। ਕਈ ਜਗ੍ਹਾ ਤੇ ਦੁਨੀਆ ਦੀ ਏਅਰਪੋਰਟਾਂ ਖੋਲੀਆਂ ਜਾ ਰਹੀਆਂ ਨੇ, ਭਾਰਤ ਵਿੱਚ ਵੀ ਹੌਲੀ ਹੌਲੀ ਖੁੱਲ ਰਹੀਆਂ ਨੇ। ਹੁਣ ਤਕਰੀਬਨ ਭਾਰਤ ਦੇ ਵਿੱਚ ਜੇ ਡਬਲ ਡੋਜ਼ ਦੀ ਗੱਲ ਕਰੀਏ ਤਾਂ ਸਿਰਫ ਸਰਕਾਰੀ ਅੰਕੜੇ ਦੱਸਦੇ ਨੇ ਕਿ 3.5% ਲੋਕਾਂ ਨੂੰ ਡਬਲ ਡੋਜ਼ ਲੱਗੀ ਹੈ, ਤੇ ਪਹਿਲੀ ਡੋਜ਼ ਜਿਹੜੀ ਹੈ ਉਹ 13 ਜਾਂ 14 ਜਾਂ 14.5% ਤੱਕ ਲੋਕਾਂ ਨੂੰ ਅਜੇ ਤੱਕ ਲੱਗੀ ਹੈ। ਹੁਣ ਇਸ ਦੇ ਵਿੱਚ ਕਈ ਹਾਸੋਹੀਣੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਇਹ ਗੱਲ ਪੱਕੀ ਹੈ ਕਿ ਸਰਕਾਰ ਜਿਹੜੀ ਹੈ ਟੀਕਾਕਰਨ ਨੀਤੀ ਦੇ ਵਿੱਚ ਫੇਲ ਹੋਈ। ਇਸ ਗੱਲ ਨੂੰ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਪਰ ਪ੍ਰਧਾਨ ਮੰਤਰੀ ਕੁਝ ਦਿਨ ਪਹਿਲਾਂ ਬੋਲੇ ਨੇ, ਤੇ ਉਹਨਾਂ ਨੇ ਇਹ ਤਾਂ ਗੱਲ ਨਹੀਂ ਕੀਤੀ ਕਿ ਸਾਡੇ ਕੋਲ ਟੀਕਿਆਂ ਦੀ ਕਮੀ ਆਈ ਹੈ ਤੇ ਟੀਕਾ ਲਗਾਉਣ ਦੇ ਵਿੱਚ ਰਫ਼ਤਾਰ ਜਿਹੜੀ ਆ ਉਹ ਫੜ ਨਹੀਂ ਸਕੇ ਅਸੀਂ। ਤੇ ਉਹਨਾਂ ਨੇ ਸਗੋਂ ਡਿਫੈਂਡ ਕੀਤਾ ਇਹਨਾਂ ਗੱਲਾਂ ਨੂੰ ਕਿ ਦੇਖੋ ਜੀ, ਜਿੰਨੀਆਂ ਵੀ ਮਹਾਮਾਰੀਆਂ ਅੱਗੇ ਦੁਨੀਆ ਦੇ ਵਿੱਚ ਫੈਲੀਆਂ ਨੇ, ਅਸੀਂ ਉਹ ਜਦੋਂ ਦੁਨੀਆ ਦੇ ਵਿੱਚ ਸਾਰਿਆਂ ਨੂੰ ਟੀਕੇ ਲੱਗ ਜਾਂਦੇ ਸੀ ਤੇ ਭਾਰਤ ਨੂੰ ਟੀਕਾ ਫੇਰ ਮਿਲਿਆ ਕਰਦਾ ਸੀ। ਉਹ ਅਪੇਰੈਂਟਲੀ ਜਿਹੜੀ ਗੱਲ ਕਰ ਰਹੇ ਨੇ ਬਿਫੋਰ 1947, ਇੱਥੋਂ ਤੱਕ ਕਿ 1880 ਦੀ ਜਿਹੜੀਆਂ ਗੱਲਾਂ ਕੋਈ ਉਦਾਹਰਨਾਂ ਨਿਕਲ ਕੇ ਸਾਹਮਣੇ ਆਈਆਂ ਨੇ, ਜੋ ਮੋਦੀ ਸਾਹਿਬ ਨੇ ਤਾਂ ਨਹੀਂ ਦਿੱਤੀਆਂ, ਕਿ ਦੁਨੀਆ ਵਿੱਚ ਜਦੋਂ ਚੇਚਕ ਫੈਲ ਗਈ ਤੇ ਜਦੋਂ ਦੁਨੀਆ ਦੇ ਵਿੱਚ ਇਸ ਦੇ ਪ੍ਰਯੋਗ ਹੋ ਰਹੇ ਸਨ, ਤੇ ਭਾਰਤ ਵਿੱਚ ਕਿਉਂਕਿ ਇਸ ਤਰ੍ਹਾਂ ਦਾ ਸਿਸਟਮ ਕੋਈ ਨਹੀਂ ਸੀ, ਅੰਗਰੇਜ਼ ਦੀ ਹਕੂਮਤ ਸੀ, ਫੇਰ ਵੀ ਉਹਨਾਂ ਨੇ ਦੁਨੀਆ ਦੇ ਵਿੱਚ ਜਦੋਂ ਚੇਚਕ ਫੈਲੀ ਤੇ ਉਸਦੇ ਕੁਝ ਸਮੇਂ ਦੇ ਦਰਮਿਆਨ ਹੀ ਜਿਹੜਾ ਹੈ ਭਾਰਤ ਦੇ ਵਿੱਚ ਟੀਕੇ ਲੈ ਆਉਂਦੇ ਸਨ। ਪਰ ਉਹ ਸਮਾਜਿਕ ਤੇ ਆਰਥਿਕ ਕਾਰਨਾਂ ਕਰਕੇ ਲੋਕਾਂ ਨੂੰ ਨਹੀਂ ਲੱਗ ਰਹੇ ਸਨ, ਉਸਦੇ ਕੋਈ ਹੋਰ ਕਾਰਨ ਸਨ। ਮਹਾਰਾਜਾ ਰਣਜੀਤ ਸਿੰਘ ਦੀ ਅੱਖ ਵੀ ਜਿਹੜੀ ਹੈ ਚੇਚਕ ਦੀ ਬਿਮਾਰੀ ਨਾਲ ਹੀ ਗਈ ਸੀ, ਔਰ ਇਹ ਚੇਚਕ ਦੀ ਬਿਮਾਰੀ ਕਾਫੀ ਦੇਰ ਤੋਂ ਭਾਰਤ ਦੇ ਵਿੱਚ ਆਈ ਹੋਈ ਸੀ। ਹੁਣ ਉਸ ਦਾ ਇਲਾਜ ਹੌਲੀ ਹੌਲੀ ਹੋ ਗਿਆ, ਦੁਨੀਆ ਚੋਂ ਖਾਤਮਾ ਹੋ ਗਿਆ, ਤੇ ਭਾਰਤ ਨੇ ਟੀਕੇ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਜਿਹੜੇ ਸਰਕਾਰੀ ਅਦਾਰੇ ਸੀ ਉਹਨਾਂ ਨੂੰ ਇਸ ਚੀਜ਼ ਦੇ ਸਮਰੱਥ ਬਣਾਇਆ ਗਿਆ ਪਿਛਲੇ ਸਾਲਾਂ ਦੇ ਵਿੱਚ, ਆਜ਼ਾਦੀ ਤੋਂ ਬਾਅਦ ਖਾਸ ਤੌਰ ਤੇ, ਕਿ ਉਹ ਟੀਕੇ ਪੈਦਾ ਕਰਨ ਤੇ ਕੋਈ ਇਸ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਜਿਹੜੀਆਂ ਹਨ, ਖਾਸ ਤੌਰ ਤੇ ਬੱਚਿਆਂ ਦੇ ਜਿਹੜੇ ਵੈਕਸੀਨੇਸ਼ਨ ਪ੍ਰੋਗਰਾਮ ਨੇ। ਮੈਂ ਸਮਝਦਾ ਕਿ ਜਦੋਂ
ਇਸ ਸਥਿਤੀ ਦੇ ਵਿੱਚ ਭਾਰਤ ਫਸਿਆ ਹੋਵੇ ਤੇ ਟੀਕਿਆਂ ਦੀ ਲੋੜ ਬਹੁਤ ਜ਼ਿਆਦਾ ਹੈ। ਤੇ ਹੁਣ ਦੱਸਿਆ ਜਾਂਦਾ ਹੈ ਕਿ 44 ਕਰੋੜ ਟੀਕੇ ਜਿਹੜੇ ਹਨ ਉਹ 2 ਕੰਪਨੀਆਂ ਕੋਵੈਕਸਿਨ ਤੇ ਜਿਹੜੀ ਹੈਗੀ ਆ ਕੋਵੀਸ਼ੀਲਡ ਬਣਾਉਣ ਵਾਲੀਆਂ, ਇਹਨਾਂ ਨੂੰ ਆਰਡਰ ਦਿੱਤੇ ਗਏ ਨੇ ਜੋ ਦਸੰਬਰ ਤੱਕ ਆਉਣਗੇ। 44 ਕਰੋੜ ਤੇ ਭਾਰਤ ਦੀ ਆਬਾਦੀ ਕਿੰਨੀ ਹੈ ਤੁਸੀਂ ਆਪਣੇ ਆਪ ਦੇਖ ਲਓ। ਹੁਣ ਇਹ ਦਸੰਬਰ 2021 ਤੱਕ ਡੋਜ਼ਾਂ ਆਉਣਗੀਆਂ ਨੇ, ਪਰ ਟੀਕਿਆਂ ਦੇ ਵਿੱਚ ਜਿਹੜੇ ਸਰਟੀਫਿਕੇਟ, ਕਰੋਨਾ ਸਰਟੀਫਿਕੇਟ ਲੱਗੇ ਹੋਏ ਨੇ, ਉਹਨਾਂ ਨੂੰ ਵੀ ਖੁਦ ਦਰੁਸਤ ਕਰਨ ਦੀ ਜੇ ਕੋਈ ਗਲਤੀ ਹੈ ਤਾਂ ਤੁਸੀਂ ਆਨਲਾਈਨ ਦਰੁਸਤ ਕਰ ਸਕੋਗੇ। ਪਰ ਇਸ ਵੇਲੇ ਟੀਕਾਕਰਨ ਦੇ ਵਿੱਚ ਸਰਕਾਰ ਜਿਹੜਾ ਹੈ ਉਹ ਪਛੜੀ ਹੋਈ ਹੈ। ਤੇ ਮਨੋਹਰ ਲਾਲ ਖੱਟਰ ਨੇ ਕੁਝ ਦਿਨ ਪਹਿਲਾਂ ਇੱਕ ਹਾਸੋਹੀਣਾ ਬਿਆਨ ਦਿੱਤਾ ਸੀ, ਉਸ ਦੀ ਗੱਲ ਫੇਰ ਕਰਾਂਗੇ। ਮਾਹਿਰ ਮਹਿਮਾਨ ਦੇ ਨਾਲ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮਨੋਹਰ ਲਾਲ ਖੱਟਰ ਨੇ ਟੀਕਾਕਰਨ ਨੂੰ ਲੈ ਕੇ ਇੱਕ ਹਾਸੋਹੀਣਾ ਬਿਆਨ ਦਿੱਤਾ, ਉਹ ਵੀ ਸਾਡੇ ਨਾਲ ਸਾਂਝਾ ਕਰ ਲਓ। ਉਹ ਗੱਲ ਇਹ ਹੈ ਜੀ ਕਿ ਜਦੋਂ ਸਾਰੀਆਂ ਸਟੇਟਾਂ ਨੇ ਰੌਲਾ ਪਾਇਆ ਕਿ ਸਾਡੇ ਕੋਲ ਟੀਕੇ ਖਤਮ ਹੋ ਗਏ ਤੇ ਮੇਰੇ ਖਿਆਲ ਉਹ ਸਾਰਿਆਂ ਤੋਂ ਵੱਧ ਰੌਲਾ ਜਿਹੜਾ ਸੀ ਉਹ ਅਰਵਿੰਦ ਕੇਜਰੀਵਾਲ ਪਾ ਬੈਠੇ। ਤੇ ਮਨੋਹਰ ਲਾਲ ਖੱਟਰ ਨੂੰ ਜਿਹੜੀ ਇਹ ਗੱਲ ਉਹਨਾਂ ਦੀ ਬੜੀ ਚੁੱਭਦੀ ਹੈ। ਤੇ ਨਰਿੰਦਰ ਮੋਦੀ ਦੀਆਂ ਨਜ਼ਰਾਂ ਦੇ ਵਿੱਚ ਚੰਗੇ ਬਣਨਾ ਹੋਵੇ ਤੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗੱਲਾਂ ਦੇ ਵਿੱਚ ਘੇਰਨਾ ਪੈਂਦਾ ਹੈ। ਖੱਟਰ ਨੂੰ ਕੁਝ ਹੋਰ ਕੁਝ ਨਾ ਲੱਭਾ ਤੇ ਉਹ ਕਹਿੰਦੇ ਜੀ ਦੇਖੋ ਕਿ ਕੇਜਰੀਵਾਲ ਸਾਹਿਬ ਦੀ ਤਾਂ ਅਕਲ ਇਸ ਤਰ੍ਹਾਂ ਦੀ ਹੈ ਕਿ ਰੌਲਾ ਪਾਤਾ ਕਿ ਟੀਕੇ ਖਤਮ ਹੋ ਗਏ, ਸਾਰਿਆਂ ਨੂੰ ਬਰਾਬਰ ਮਿਲਦੇ ਨੇ ਸਟੇਟਾਂ ਨੂੰ, ਤੇ ਅਸੀਂ ਤੇ ਰੋਜ਼ ਦੇ ਥੋੜੇ ਲਾਉਂਦੇ ਆ 50 ਹਜ਼ਾਰ ਕਰਕੇ, ਤੇ ਸਾਡੇ ਤੇ ਮੁੱਕੇ ਨਹੀਂ ਹੱਲੇ, ਤੇ ਇਹ ਨਹੀਂ ਲਾ ਕੇ ਤੇ ਦਵਾ ਦਾ ਮੁਕਾ ਦਿੱਤੇ। ਭਲਾ ਦੱਸੋ ਇਹ ਕਿਹੜੀ ਅਕਲਮੰਦੀ ਦੀ ਗੱਲ ਵੀ ਇਹਨਾਂ ਨੇ ਇੱਕਦਮ ਕਿਉਂ ਲਾਏ? ਹੁਣ ਦੱਸੋ ਕਿ ਸਾਂਭ ਕੇ ਕੀ ਕਰਨੇ ਸੀ? ਜਾਂ ਤਾਂ ਇਹ ਕਹਿਣ ਕਿ ਜਾਨਵਰਾਂ ਦੇ ਲਾ ਦਿੱਤੇ, ਲਾਏ ਤੇ ਬੰਦਿਆਂ ਦੇ ਹੀ ਨੇ, ਇਨਸਾਨਾਂ ਦੇ ਲੱਗੇ ਨੇ। ਦੂਸਰੀ ਗੱਲ ਸਵਲੀਨ ਜੀ, ਟੈਕਨੀਕਲੀ ਵੀ ਜੇ ਇਹਨੂੰ ਸੋਚਿਆ ਜਾਵੇ, ਤਕਨੀਕੀ ਆਧਾਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਇੱਕ ਭਰਮ ਬਣਾ ਕੇ ਰੱਖਣ ਲਈ ਕਿ ਸਾਡੇ ਕੋਲ ਟੀਕੇ ਹੈਗੇ ਆ, ਰੋਜ਼ ਥੋੜੇ ਕਰਕੇ ਲਾਈ ਜਾਓ। ਤੇ ਜਿਨ੍ਹਾਂ ਨੂੰ ਤੁਰੰਤ ਲੋੜ ਹੈ, ਜਿੰਨੀ ਛੇਤੀ ਜ਼ਿਆਦਾ ਗੱਲ ਹੋ ਚੁੱਕੀ ਹੈ ਕਿ ਜਿੰਨੀ ਛੇਤੀ ਸਾਡਾ ਵੈਕਸੀਨੇਸ਼ਨ ਹੋਵੇਗਾ ਉਨੀ ਹੀ ਛੇਤੀ ਇਸ ਕਰੋਨਾ ਦਾ ਖਾਤਮਾ ਹੋਵੇਗਾ। ਤੇ ਅਸੀਂ ਸਾਂਭ ਕੇ ਰੱਖਾਂਗੇ। ਤੇ ਸਾਂਭ ਕੇ ਦੇਖੋ, ਤੁਹਾਨੂੰ ਪਤਾ ਹੈ ਕਿ ਸ਼ੁਰੂ ਦੇ ਵਿੱਚ ਬੇਵਕੂਫੀਆਂ ਤਾਂ ਸਾਡੇ ਵੀ ਲੋਕਾਂ ਨੇ ਕੀਤੀਆਂ, ਉਹਨਾਂ ਨਾਲਾਇਕੀਆਂ ਦੀ ਵਜ੍ਹਾ ਨਾਲ ਵੀ ਸਾਨੂੰ ਉਹ ਦਿਨ ਦੇਖਣੇ ਪਏ ਨੇ ਜਦੋਂ ਟੀਕੇ ਬਹੁਤ ਸਨ ਤੇ ਪਿੰਡਾਂ ਵਿੱਚ ਜਾ ਕੇ ਅਨਾਉਂਸਮੈਂਟ ਕਰਦੇ ਸਨ ਲਵਾਉਣ ਵਾਲੇ, ਤੇ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਸੀ ਬਹੁਤ ਲੋਕ ਪਹੁੰਚੇ ਹੋਏ ਸੀ, ਤੇ ਉੱਥੇ ਜਾ ਕੇ ਇੱਕ ਵਾਰੀ ਖੋਲ ਕੇ ਤੇ 10 ਟੀਕੇ ਉਸ ਵਿੱਚੋਂ ਨਿਕਲਦੇ ਨੇ, ਉਹ 1-2 ਲਾ ਬੈਠਦੇ ਸਨ ਤੇ ਜਿਹੜੇ 7-8 ਟੀਕੇ ਸੀ ਉਹ ਵੇਸਟ ਹੁੰਦੇ ਸੀ। ਇਸ ਤਰ੍ਹਾਂ ਦੇ ਕੰਮ ਵੀ ਹੋਏ ਆ। ਤੇ ਮਨੋਹਰ ਲਾਲ ਖੱਟਰ ਨੇ ਤੇ ਜਿਹੜੀ ਗੱਲ ਕੀਤੀ ਹੈ ਗੈਰ ਜ਼ਿੰਮੇਵਾਰਾਨਾ ਤੇ ਹਰ ਪਾਸਿਓਂ ਗਲਤ, ਤਕਨੀਕੀ ਤੌਰ ਤੇ ਬਿਲਕੁਲ ਗਲਤ, ਉਹਨਾਂ ਦਾ ਕੋਈ ਤਰਕ ਕਿਸੇ ਪਾਸਿਓਂ ਵੀ ਵਾਜਬ ਨਹੀਂ ਕਿ ਟੀਕੇ ਹੌਲੀ ਲਾਉਣੇ ਚਾਹੀਦੇ ਸੀ। ਟੀਕੇ ਤੇ ਜਿੰਨੀ ਛੇਤੀ ਲੱਗਣ ਉਨਾ ਵਧੀਆ। ਇੱਥੇ ਕੇਜਰੀਵਾਲ ਦੀ ਅਸੀਂ ਪ੍ਰੋੜਤਾ ਨਹੀਂ ਕਰ ਰਹੇ, ਪਰ ਟੀਕੇ ਜਲਦ ਤੋਂ ਜਲਦ ਲੱਗਣੇ ਚਾਹੀਦੇ। ਜੀ ਕੁਲਦੀਪ ਜੀ, ਰਾਮਦੇਵ ਦੀਆਂ ਮੁਸ਼ਕਲਾਂ ਕਿਉਂ ਵੱਧਦੀਆਂ ਜਾ ਰਹੀਆਂ ਨੇ ਦਿਨੋਂ ਦਿਨ? ਹੁਣ ਕਿਹੜਾ ਪਵਾੜਾ ਪਾ ਲਿਆ ਉਹਨਾਂ ਨੇ? ਨਹੀਂ, ਪਵਾੜਾ ਤੇ ਕਈ ਵਾਰੀ ਕਹਿੰਦੇ ਹੁੰਦੇ ਨਾ ਕਿ ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹ ਇੱਕ ਕੋਰੋਨਲ ਦਵਾਈ ਉਹਨਾਂ ਨੇ ਐਸੀ ਬਣਾਈ ਤੇ ਦਵਾਈ ਬਣਾ ਕੇ ਫਿਰ ਉਹਨਾਂ ਨੂੰ ਉਹ ਵੇਚਣ ਦਾ ਉਹਨਾਂ ਨੂੰ ਕੋਈ ਲੱਭਾ ਨਾ ਤਰੀਕਾ, ਤੇ ਉਹਨਾਂ ਨੇ ਫਿਰ ਇਹੋ ਹੀ ਤਰੀਕਾ ਸਮਝਿਆ ਕਿ ਦੇਖੋ ਜੀ ਦਵਾਈ ਤੇ ਅਸੀਂ ਬਣਾ ਲਈ। ਅੱਜ ਤੱਕ ਤੇ ਜਿੰਨੇ ਪ੍ਰੋਡਕਟ ਅਸੀਂ ਬਣਾਏ ਨੇ, ਪਤਾ ਨਹੀਂ ਕਿਹੜੇ ਪ੍ਰੋਡਕਟ ਤੇ ਅਸੀਂ ਮੈਗੀ ਦੇ ਉੱਪਰ ਤੇ ਸ਼ਿਕੰਜਾ ਕੱਸ ਕੇ ਤੇ ਆਪਣੀਆਂ ਨੂਡਲਸ ਬਣਾ ਲਈਆਂ ਤੇ ਸਾਡੀਆਂ ਵਿਕਣ ਲੱਗ ਗਈਆਂ ਨੇ। ਸਰੋਂ ਦਾ ਤੇਲ ਵੀ ਅਸੀਂ ਪ੍ਰੋਡਿਊਸ ਕਰਨ ਲੱਗ ਪਏ ਤੇ ਹਰ ਚੀਜ਼ ਜਿਹੜੀ ਮਾਰਕੀਟ ਦੇ ਵਿੱਚ ਅਸੀਂ ਉਤਾਰ ਦਿੱਤੀ ਹੈ। ਪਤੰਜਲੀ ਸਟੋਰ ਵੱਖਰੇ ਨੇ ਤੇ ਆਮ ਕਰਿਆਨੇ ਦੇ ਤੇ ਹੋਰ ਦੁਕਾਨਾਂ ਦੇ ਉੱਪਰ ਪਤੰਜਲੀ ਦੇ ਜਿਹੜੇ ਪ੍ਰੋਡਕਟ ਨੇ ਉਹ ਆਮ ਦੇਖੇ ਜਾ ਸਕਦੇ ਨੇ। ਉਹਨਾਂ ਨੇ ਕੋਰੋਨਲ ਦਵਾਈ ਬਣਾਈ ਹੈ, ਉਹਦੇ ਬਾਰੇ ਇੱਕ ਬਿਹਾਰ ਦੇ ਵਿੱਚ ਉੱਤਰਾਖੰਡ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਧਿਕਾਰੀ ਨੇ ਇਹ ਗੱਲ ਕੀਤੀ ਹੈ ਕਿ ਦੇਖੋ ਜੀ, ਬਾਬਾ ਰਾਮਦੇਵ ਦੇ ਪਰਚੇ ਜਿਹੜੇ ਨੇ, ਖੋਜ ਮਨੋਰਥ ਪੱਤਰ ਜਿਹੜੇ ਨੇ ਉਹ ਪਤੰਜਲੀ ਦੇ ਆਪਣੇ ਨੇ, ਉਹਨਾਂ ਵਿੱਚ ਗੱਲ ਆਖੀ ਹੈ ਕਿ ਜ਼ੈਬਰਾ ਫਿਸ਼ ਨਾਂ ਦੀ ਇੱਕ ਫਿਸ਼ ਮੱਛੀਆਂ ਦੀ ਪ੍ਰਜਾਤੀ ਹੈ, ਉਸ ਦੇ ਉੱਪਰ ਪਰੀਖਣ ਕਰਕੇ ਕੋਰੋਨਲ ਦਵਾਈ ਜਿਹੜੀ ਹੈ ਉਹ ਅਸੀਂ ਲਾਂਚ ਕੀਤੀ ਹੈ। ਉਹ ਜਦੋਂ ਕਹਿੰਦੇ ਨੇ ਕਿ ਮੈਂ ਪ੍ਰੋਸੀਜਰ ਉਸ ਦਾ ਵੇਖਦਾ, ਤੇ ਉਸ ਦੇ ਵਿੱਚ ਪ੍ਰੋਸੀਜਰ ਵਿੱਚ ਕਿਤੇ ਵੀ ਇਹ ਕਲੀਅਰ ਨਹੀਂ ਹੈ ਕਿ ਪਹਿਲਾਂ ਆਮ ਤੌਰ ਤੇ ਜਿਸ ਤੇ ਪ੍ਰਯੋਗ ਕੀਤਾ ਜਾਣਾ ਹੁੰਦਾ ਹੈ ਉਸ ਜੀਵ ਨੂੰ, ਕਿਸੇ ਜਾਨਵਰ ਨੂੰ ਜੇ ਤੇ ਪ੍ਰਯੋਗ ਹੋਣਾ ਹੈ, ਉਸ ਨੂੰ ਪਹਿਲਾਂ ਕਰੋਨਾ ਨਾਲ ਗ੍ਰਸਤ ਕੀਤਾ ਜਾਂਦਾ ਹੈ, ਉਸੇ ਵਾਇਰਸ ਨਾਲ ਗ੍ਰਸਤ ਕੀਤਾ ਜਾਂਦਾ, ਤੇ ਫਿਰ ਟੀਕਾ ਲਾ ਕੇ ਜਾਂ ਦਵਾਈ ਦੇ ਕੇ ਫਿਰ ਉਸਦਾ ਹਾਲ ਲੱਭਿਆ ਜਾਂਦਾ ਹੈ ਕਿ ਦੇਖਿਆ ਜਾਂਦਾ ਕਿਸ ਦਾ ਅਸਰ ਕੋਈ ਹੈ ਵੀ ਜਾਂ ਨਹੀਂ। ਇਹ ਤੇ ਆਖ ਦਿੱਤਾ ਕਿ ਜ਼ੈਬਰਾ ਫਿਸ਼ ਤੇ ਅਸੀਂ ਜਿਹੜਾ ਐਕਸਪੈਰੀਮੈਂਟ ਕੀਤਾ ਸੀ, ਪਰ ਉਸ ਤੇ ਕਿਵੇਂ ਐਕਸਪੈਰੀਮੈਂਟ ਕੀਤਾ ਤੇ ਉਹਦੇ ਰਿਜ਼ਲਟ ਕਿਵੇਂ ਆਏ ਤੇ ਕੀ ਹੋਇਆ, ਇਸ ਬਾਰੇ ਕੋਈ ਡਿਟੇਲ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਉਹ ਇਹ ਵੀ ਆਖਦੇ ਨੇ ਕਿ ਕੁਝ ਨਿਯਮ ਨੇ ਹਰ ਦੇਸ਼ ਦੇ ਵਿੱਚ ਹੁੰਦੇ ਨੇ ਕਿ ਦਵਾਈਆਂ ਨੂੰ ਜਦੋਂ ਮਨਜ਼ੂਰੀ ਦਿੱਤੀ ਜਾਣੀ ਹੈ, ਉਹਨਾਂ ਦੇ ਬਾਰੇ ਕਲੀਅਰ ਹੋਣਾ ਚਾਹੀਦਾ ਕਿ ਕਿਹੜੇ ਜਾਨਵਰਾਂ ਤੇ ਪ੍ਰਯੋਗ ਹੋ ਕੇ ਫਿਰ ਇਨਸਾਨਾਂ ਦੇ ਵਿੱਚ ਪ੍ਰਯੋਗ ਹੋਣਾ ਹੈ, ਤੇ ਫਿਰ ਉਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਮੱਛੀ ਇਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੀ ਕਿ ਜਿਸ ਦੇ ਉੱਪਰ ਪ੍ਰਯੋਗ ਕਰਕੇ ਤੇ ਉਹੀ ਦਵਾਈ ਜਿਹੜੀ ਆ ਬੰਦਿਆਂ ਨੂੰ ਫਿਰ ਦੇ ਦਿੱਤੀ ਜਾਵੇ। ਪਤੰਜਲੀ ਵੱਲੋਂ ਜਿਹੜਾ ਪਰੀਖਣ ਦਾ ਢੰਗ ਜਿਹੜਾ ਹੈ ਉਸ ਨੂੰ ਵੀ ਸਹੀ ਨਹੀਂ ਦੱਸਿਆ ਗਿਆ, ਪਰ ਜੋ ਕੋਰੋਨਲ ਦਾ ਦਵਾਈ ਨਾਲ ਪੀੜਿਤ ਕਰਕੇ ਜਿਹੜਾ ਵਾਇਰਸ ਨਾਲ ਪੀੜਿਤ ਕਰਕੇ ਕੋਰੋਨਲ ਨਾਲ ਉਸਦਾ ਇਲਾਜ ਕਰਨਾ ਸੀ, ਉਸਦਾ ਕੋਈ ਪ੍ਰੋਸੀਜਰ ਨਾ ਦੱਸੇ ਹੋਣ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜਾ ਉੱਤਰਾਖੰਡ ਉਹਨਾਂ ਦਾ ਡਿਪਾਰਟਮੈਂਟ ਹੈ, ਉਹਨਾਂ ਨੇ ਕਿਹਾ ਕਿ ਇੱਕ ਤੈਅਸ਼ੁਦਾ ਤਰੀਕਾ ਹੁੰਦਾ ਇਸ ਨੂੰ ਕਰਨ ਦਾ, ਉਸ ਨੂੰ ਬਿਲਕੁਲ ਫੋਲੋ ਨਹੀਂ ਕੀਤਾ ਗਿਆ। ਇਸ ਕਰਕੇ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੀ ਬਿਹਾਰ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਵਕਤ ਹੱਥ ਧੋ ਕੇ ਬਾਬਾ ਰਾਮਦੇਵ ਦੇ ਮਗਰ ਪਈ ਹੋਈ ਹੈ। ਬਿਹਾਰ ਦੇ ਵਿੱਚ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦੇ ਖਿਲਾਫ FIR ਦਰਜ ਕਰਾਈ ਗਈ ਹੈ ਇੱਕ ਜਗ੍ਹਾ ਤੇ, ਇੱਕ ਲੋਕਲ ਥਾਣੇ ਦੇ ਵਿੱਚ, ਕਿ ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ਤੇ ਟੀਕਿਆਂ ਪ੍ਰਤੀ ਭਰਮ ਫੈਲਾ ਕੇ ਇਸ ਬਿਮਾਰੀ ਨੂੰ ਫੈਲਾਉਣ ਦੇ ਵਿੱਚ ਮਦਦ ਕੀਤੀ ਹੈ। ਇਸ ਕਰਕੇ ਇਸ ਬਾਬੇ ਦੇ ਉੱਪਰ ਕੇਸ ਦਰਜ ਕੀਤਾ ਜਾਵੇ। ਜੀ ਹੁਣ ਜਿਹੜੀ ਇਹ ਇੱਕ ਹਰਿਦੁਆਰ ਦੇ ਵਿੱਚ ਇੱਕ ਕੋਵਿਡ ਸੈਂਟਰ ਖੋਲਿਆ ਗਿਆ ਸੀ, ਆਪ ਜੀ ਨੂੰ ਪਤਾ ਹੈ ਕਿ ਕੁੰਭ ਮੇਲਾ ਹੋ ਕੇ ਹਟਿਆ ਸੀ, ਜਿਸ ਤੋਂ ਬਾਅਦ ਇਹ ਜਿਹੜਾ ਦੂਸਰੀ ਲਹਿਰ ਦਾ ਪ੍ਰਕੋਪ ਜ਼ਿਆਦਾ ਵੱਧ ਗਿਆ। ਹਾਲਾਂਕਿ ਮੈਂ ਆਪਣੇ ਤੌਰ ਤੇ ਇਹ ਗੱਲ ਨਹੀਂ ਕਹਿ ਰਿਹਾ ਕਿ ਕੁੰਭ ਦੇ ਕਾਰਨ ਵਧਿਆ ਹੈ, ਪਰ ਇਹ ਸਮਾਂ ਉਹ ਸੀ ਕਿ ਜਦੋਂ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ ਹਰ ਜਗ੍ਹਾ ਤੇ ਬਿਮਾਰੀ ਵੱਧ ਰਹੀ ਸੀ ਤੇ ਹਰਿਦੁਆਰ ਦੇ ਵਿੱਚ ਕੁੰਭ ਮੇਲਾ ਚੱਲ ਰਿਹਾ ਸੀ। ਹੁਣ ਕੁੰਭ ਮੇਲੇ ਦੇ ਚਲਦਿਆਂ ਉਹ ਯਾਤਰੀਆਂ ਵਾਸਤੇ ਇੱਕ ਟੈਂਪਰੇਰੀ ਹਸਪਤਾਲ ਉੱਥੇ ਬਣਾਇਆ ਗਿਆ ਸੀ। ਉਹ ਹਸਪਤਾਲ ਜਦੋਂ ਕੁੰਭ ਮੇਲਾ ਖਤਮ ਹੋ ਗਿਆ ਤੇ ਫਿਰ ਉਹ ਹਸਪਤਾਲ ਨੂੰ ਬਾਬਾ ਰਾਮਦੇਵ ਨੇ ਸਾਂਭ ਲਿਆ ਤੇ ਉੱਥੇ ਦੇ ਜਿਹੜੇ ਮੁੱਖ ਮੰਤਰੀ ਨੇ ਤੀਰਥ ਸਿੰਘ ਰਾਵਤ, ਉਹਨਾਂ ਨੇ ਬਾਬਾ ਰਾਮਦੇਵ ਨੂੰ ਹਸਪਤਾਲ ਦੇ ਦਿੱਤਾ ਕਿ ਇਸ ਨੂੰ ਹੁਣ ਤੁਸੀਂ ਕੋਵਿਡ ਸੈਂਟਰ ਬਣਾ ਲਓ। 150 ਬੈੱਡ ਦੀ ਉੱਥੇ ਸੁਵਿਧਾ ਹੈ। ਉਹ ਮੀਡੀਏ ਦੇ ਵੱਡੇ ਵੱਡੇ ਹਾਊਸਸ, ਜਿਨ੍ਹਾਂ ਲਈ ਇੱਕ ਖਾਸ ਨਾਮ ਰੱਖਿਆ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਨੂੰ ਉੱਥੇ ਬੁਲਾ ਕੇ ਤੇ ਫਿਰ ਪ੍ਰਦਰਸ਼ਨ ਕੀਤਾ ਗਿਆ ਕਿ ਦੇਖੋ ਅਸੀਂ ਆ ਕੋਵਿਡ ਸੈਂਟਰ ਖੋਲਿਆ। ਇੱਥੇ ਐਲੋਪੈਥੀ ਤੇ ਨਾਲ ਜਿਹੜਾ ਆਯੁਰਵੈਦ ਹੈ, ਇਸ ਦੇ ਮਿਕਸਚਰ ਨਾਲ ਅਸੀਂ ਲੋਕਾਂ ਦਾ, ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਾਂਗੇ। ਕੇਸ ਜਦੋਂ ਉੱਥੇ ਕੁਝ ਖਾਸ, ਫਿਰ ਜਿਹੜਾ ਇਨਵੈਸਟੀਗੇਟਿਵ ਮੀਡੀਆ ਜਦੋਂ ਉੱਥੇ ਪਹੁੰਚਿਆ ਤੇ ਉਹਨਾਂ ਨੇ ਇਹ ਗੱਲ ਜਾਣੀ ਕਿ ਇਹ ਝੂਠ ਹੈ। ਇਸ ਦੇ ਬਾਰੇ ਬਹੁਤ ਸਾਰੇ ਤੱਥ ਜਿਹੜੇ ਹਨ ਉਹ ਲੁਕੋਏ ਗਏ ਨੇ। ਜਿਸ ਨੂੰ 150 ਬਿਸਤਰਿਆਂ ਦਾ ਹਸਪਤਾਲ ਦੱਸਿਆ ਜਾ ਰਿਹਾ, ਉੱਥੇ ਸਿਰਫ 50 ਬੈੱਡ ਜਿਹੜੇ ਹਨ ਆਪਰੇਸ਼ਨਲ ਹਨ। ਐਮਰਜੈਂਸੀ ਕੇਅਰ ਵਾਸਤੇ ਜਾਂ ICU ਦਾ ਕੋਈ ਬੈੱਡ ਨਹੀਂ, ਕੋਈ ਵੈਂਟੀਲੇਟਰ ਨਹੀਂ ਚੱਲ ਰਿਹਾ। ਕੁਝ ਮਰੀਜ਼ ਉੱਥੇ ਇਹੋ ਜਿਹੇ ਵੀ ਪਹੁੰਚੇ ਜਿਨ੍ਹਾਂ ਦਾ ਆਕਸੀਜਨ ਪੱਧਰ ਜਿਹੜਾ ਹੈ ਉਹ 70, 75 ਜਾਂ 80, 85 ਦੇ ਆਸ-ਪਾਸ ਸੀ ਜਾਂ ਉਸ ਤੋਂ ਵੀ ਥੱਲੇ ਸੀ ਤੇ ਉਹ ਬਹੁਤ ਸੀਰੀਅਸ ਸਨ। ਉਹਨਾਂ ਨੂੰ ਦਰਵਾਜ਼ੇ ਤੋਂ ਹੀ ਮੋੜ ਦਿੱਤਾ ਗਿਆ ਤੇ ਨਾ ਇਹ ਕੋਸ਼ਿਸ਼ ਕੀਤੀ ਗਈ ਕਿ ਕਿਸੇ ਹੋਰ ਜਗ੍ਹਾ ਰੈਫਰ ਕੀਤਾ ਜਾਵੇ, ਉਹਨਾਂ ਨੂੰ ਬਾਹਰੋਂ ਹੀ ਮੋੜ ਦਿੱਤਾ ਗਿਆ। ਇੱਕ ਹੋਰ, ਜਿਹੜੇ ਅਤੀ ਸੀਰੀਅਸ ਮਰੀਜ਼ ਹੁੰਦੇ ਨੇ, ਇਹ ਦਸਤੂਰ ਹੈ ਸਾਰੇ ਦੁਨੀਆ ਦੇ ਵਿੱਚ ਹਸਪਤਾਲਾਂ ਦੇ ਵਿੱਚ, ਛੋਟੇ ਵੱਡੇ ਹਸਪਤਾਲ ਹੁੰਦੇ ਨੇ, ਕੋਈ ਸੁਪਰ ਸਪੈਸ਼ਲਿਟੀ ਹੁੰਦੇ ਨੇ, ਕੋਈ ਵੱਡੇ, ਕੋਈ ਖਾਸ ਕੇਅਰ ਦੇ ਹੁੰਦੇ ਨੇ, ਫਿਰ ਰੈਫਰ ਕੀਤਾ ਜਾਂਦਾ। ਜਦੋਂ ਕਿਸੇ ਇੱਕ ਹਸਪਤਾਲ ਦੇ ਹੱਥ ਚੋਂ ਗੱਲ ਨਿਕਲ ਜਾਵੇ, ਉਹ ਦੂਸਰੇ ਵੱਡੇ ਹਸਪਤਾਲਾਂ ਨੂੰ ਭੇਜ ਦਿੰਦੇ ਨੇ ਕਿ ਆਪਣੇ ਮਰੀਜ਼ ਨੂੰ ਭਾਈ ਫਲਾਂ ਜਗ੍ਹਾ ਲੈ ਜਾਓ। ਉੱਥੇ ਰੈਫਰਲ ਦਾ ਕੋਈ ਪ੍ਰੋਗਰਾਮ ਨਹੀਂ ਹੈ ਤੇ ਰੈਫਰਲ ਤੇ ਜੇ ਕਿਸੇ ਨੂੰ ਉੱਥੋਂ ਭੇਜਿਆ ਵੀ ਗਿਆ ਤਾਂ ਉਹਨਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ, ਉਹਨਾਂ ਨੂੰ ਕਿਤੇ ਭੇਜਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉੱਥੇ ਜਦੋਂ ਸਰਕਾਰੀ ਜਿਹੜੇ ਇਸ ਅਧਿਕਾਰੀ ਇਸ ਉਦਘਾਟਨ ਮੌਕੇ, ਇਸ ਕੋਵਿਡ ਸੈਂਟਰ ਦੇ ਮੌਕੇ ਪਹੁੰਚੇ ਤੇ ਇੱਕ ਤਰ੍ਹਾਂ ਉਹਨਾਂ ਵੱਲੋਂ ਜਿਹੜੀ ਮੋਹਰ ਲਾਈ ਗਈ, ਉਸ ਤੋਂ ਲੋਕ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਖਫਾ ਹਨ ਕਿ ਐਲੋਪੈਥੀ ਦਵਾਈਆਂ ਨੂੰ ਪਿੱਛੇ ਸੁੱਟ ਕੇ ਅਜਿਹੇ ਹਸਪਤਾਲਾਂ ਨੂੰ ਪ੍ਰਮੋਟ ਕਰਨਾ ਜਿੱਥੇ ਦੇ ਇਲਾਜ ਕਰਨ ਦੇ ਤਰੀਕਿਆਂ ਬਾਰੇ ਕੋਈ ਪੱਕਾ ਨਿਯਮ ਨਹੀਂ ਹੈ, ਇਹ ਗਲਤ ਹੈ। ਉੱਥੇ ਇਲਾਜ ਕਰਨ ਦੇ ਅਜੀਬੋ-ਗਰੀਬ ਤਰੀਕੇ ਵੀ ਦੱਸੇ ਗਏ। ਇੱਕ ਤੇ ਇਲਾਜ ਦੇ ਵਿੱਚ ਰੋਜ਼ਾਨਾ ਮਰੀਜ਼ਾਂ ਨੂੰ ਕੋਰੋਨਲ ਨਾਂ ਦੀ ਦਵਾਈ ਜਿਹੜੀ ਸੀ ਉਹ ਦਿੱਤੀ ਜਾਂਦੀ ਸੀ। ਉਸ ਦਾ ਕੀ ਅਸਰ ਹੋਇਆ ਤੇ ਕਿੰਨੇ ਠੀਕ ਹੋਏ, ਇਸ ਬਾਰੇ ਕੁਝ ਪਤਾ ਨਹੀਂ। ਹਾਂ, ਇੱਕ ਜਗ੍ਹਾ ਤੇ ਇਹ ਵੀ ਦੱਸਿਆ ਗਿਆ ਕਿ ਇੱਕ ਬਰਤਨ ਨੁਮਾ ਜਿਹੜਾ ਇੱਕ ਭਾਂਡਾ ਹੈ, ਇੱਕ ਸਟੀਲ ਦਾ ਬਰਤਨ ਜਿਹੜਾ ਹੈ, ਮਰੀਜ਼ ਦੇ ਸਿਰ ਦੇ ਉੱਪਰ ਇੱਕ ਛੱਤ ਨਾਲ ਸੰਗਲ ਬੰਨ੍ਹ ਕੇ ਜਿਹੜਾ ਹੈ ਲਮਕਾ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚੋਂ ਤੁਪਕਾ ਕੋਈ ਦਵਾਈ ਬਾਬਾ ਰਾਮਦੇਵ ਦੀ ਆਪਣੀ ਬਣਾਈ ਹੋਈ ਮਰੀਜ਼ ਦੇ ਮੂੰਹ ਦੇ ਉੱਤੇ ਡਿੱਗਦੀ ਰਹਿੰਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਉਸ ਨਾਲ ਵੀ ਕਰੋਨਾ ਦਾ ਇਲਾਜ ਹੁੰਦਾ ਹੈ। ਸੋ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਗੱਲਾਂ ਜਿਹੜੀਆਂ ਸੀ ਉਸ ਹਸਪਤਾਲ ਵਿੱਚ ਪਾਈਆਂ ਗਈਆਂ, ਜਿਸ ਬਾਰੇ ਕੋਈ ਖਾਸ ਦਾਅਵਾ ਜਿਹੜਾ ਹੈ ਮੁੜ ਕੇ ਬਾਬਾ ਰਾਮਦੇਵ ਵੱਲੋਂ ਜਿਹੜਾ ਹੈ ਉਹ ਕੀਤਾ ਨਹੀਂ ਗਿਆ। ਔਰ ਇਹ ਵੀ ਦੱਸਿਆ ਗਿਆ ਕਿ ਉੱਥੇ ਕੁਆਲੀਫਾਈਡ ਆਯੁਰਵੇਦ ਦੇ ਡਾਕਟਰ ਵੀ ਨਹੀਂ, ਇੱਥੋਂ ਤੱਕ ਕਿ ਸਪੋਰਟਿਵ ਸਟਾਫ ਵੀ ਨਹੀਂ। ਜਿਨ੍ਹਾਂ ਸਟਾਫ ਮੈਂਬਰਾਂ ਨੇ ਸਾਫ਼ ਸਫਾਈ ਉੱਥੇ ਕਰਨੀ ਹੁੰਦੀ ਹੈ, ਉਹ ਵੀ ਉੱਥੇ ਨਹੀਂ ਹਨ ਤੇ ਮਰੀਜ਼ਾਂ ਨੂੰ ਸਾਂਭਣ ਲਈ, ਚੱਕਣ ਲਈ, ਉਠਾਉਣ ਲਈ ਉਹਨਾਂ ਕੋਲ ਕੋਈ ਪੱਕਾ ਸਿਸਟਮ ਨਹੀਂ ਪਾਇਆ ਗਿਆ। ਸਿਰਫ ਇੱਕ ਡਰਾਮਾ ਜਿਹੜਾ ਕੀਤਾ ਗਿਆ ਕੋਵਿਡ ਸੈਂਟਰ ਦੇ ਨਾਂ ਤੇ, ਜਿਸ ਨੂੰ ਕਿ ਪ੍ਰਚਾਰਿਆ ਗਿਆ ਤੇ ਜਿਸ ਨੇ ਕੋਈ ਖਾਸ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ ਬਾਬਾ ਰਾਮਦੇਵ ਹੁਣ ਜਿੱਥੇ ਵੀ ਜਾਂਦੇ ਨੇ ਉਹਨਾਂ ਦੀ ਵਿਰੋਧਤਾ ਹੋ ਰਹੀ। ਸਾਡੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਉਹ ਪਹੁੰਚੇ ਨੇ ਤੇ ਪਿੱਛੇ ਜਿਹੇ 1-2 ਦਿਨ ਪਹਿਲਾਂ, ਤੇ ਉਹਨਾਂ ਨੂੰ ਇੰਨੇ ਭਾਰੀ ਵਿਰੋਧ ਦਾ ਇੱਕ ਸਮਾਗਮ ਦੇ ਵਿੱਚ ਪਹੁੰਚੇ ਸੀ, ਸ਼ਾਇਦ ਆਪਣੀ ਕਿਸੇ ਦਵਾਈ ਦੀ ਜਾਂ ਇਲਾਜ ਦੀ ਗੱਲ ਕਰਨ, ਜਾਂ ਉਹਨਾਂ ਦਾ ਸ਼ਿਵਰ ਲੱਗਾ ਹੋਇਆ ਸੀ ਯੋਗਾ ਦਾ, ਉੱਥੇ ਉਹ ਪਹੁੰਚੇ ਨੇ ਤੇ ਉਹਨਾਂ ਦੀ ਮੁਖਾਲਫਤ ਹੋਈ ਹੈ, ਨਾਅਰੇਬਾਜ਼ੀ ਲੋਕਾਂ ਨੇ ਕੀਤੀ ਹੈ ਤੇ ਉਹਨਾਂ ਦੇ ਦੁਆਲੇ ਹੋਏ ਨੇ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਹਨਾਂ ਦੇ ਖਿਲਾਫ ਮੁਜ਼ਾਹਰੇ ਕੀਤੇ ਨੇ, ਤੇ ਬਾਬਾ ਰਾਮਦੇਵ ਨੂੰ ਉੱਥੇ ਔਰਤਾਂ ਵਾਲੇ ਕੱਪੜੇ ਨਹੀਂ ਪਾਉਣੇ ਪਏ ਕਿਉਂਕਿ ਉਹ ਗੱਡੀ ਵਿੱਚੋਂ ਨਿਕਲੇ ਨਹੀਂ, ਤੇ ਗੱਡੀ ਦੇ ਵਿੱਚ ਜਿਸ ਚ ਆਏ ਸਨ ਅਗਲਿਆਂ ਨੇ ਉਤਰਨ ਹੀ ਨਹੀਂ ਦਿੱਤਾ ਗੱਡੀ ਚੋਂ। ਜੀ, ਉਤਰਨ ਨਹੀਂ ਦਿੱਤਾ ਜੀ, ਤੇ ਇਸ ਕਰਕੇ ਕੋਈ ਇਹੋ ਜਿਹੀ ਸਮੱਸਿਆ ਉਹਨਾਂ ਨੂੰ ਆਈ ਨਹੀਂ। ਪਰ ਬਾਬਾ ਰਾਮਦੇਵ ਜਿਹੜੇ ਹਨ ਉਹ ਪਿੱਛੇ ਨਹੀਂ ਹਟ ਰਹੇ। ਜੋ ਉਹਨਾਂ ਨੇ ਇਹ ਦੱਸਿਆ ਜਾਂਦਾ ਕਿ ਸਟੇਟਮੈਂਟ ਜਿਹੜੀ ਸੀ ਐਲੋਪੈਥੀ ਦਵਾਈਆਂ ਦੇ ਖਿਲਾਫ ਇਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਾਪਸ ਲੈ ਲਈ ਹੈ, ਪਰ ਮੁਆਫੀ ਮੰਗਣ ਦਾ ਅਜੇ ਤੱਕ ਕੋਈ ਜ਼ਿਕਰ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਪਰ ਸਰਕਾਰ ਦੇ ਵੱਡੇ ਅਧਿਕਾਰੀਆਂ ਵੱਲੋਂ, ਮੁੱਖ ਮੰਤਰੀਆਂ ਵੱਲੋਂ, ਕੇਂਦਰੀ ਸਿਹਤ ਮੰਤਰੀਆਂ ਵੱਲੋਂ ਜਿਹੜੀਆਂ ਗੱਲਾਂ ਉਹਨਾਂ ਦੇ ਖਿਲਾਫ ਕੀਤੀਆਂ ਜਾਂਦੀਆਂ ਨੇ, ਉਹ ਕੋਈ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਖਿਲਾਫ, ਉਹਨਾਂ ਦੇ ਖਿਲਾਫ ਬਾਬਾ ਰਾਮਦੇਵ ਨੂੰ ਇੱਕ ਵਾਰੀ ਤੇ ਗੱਲ ਆਖੀ ਗਈ ਹੈ ਕਿ ਭਾਈ ਤੁਸੀਂ ਆਪਣਾ ਖਿਆਲ ਰੱਖੋ ਔਰ ਇਸ ਤਰ੍ਹਾਂ ਦੀ ਸਟੇਟਮੈਂਟ ਨਾ ਦਿਓ, ਪਰ ਉਹਨਾਂ ਦੇ ਨਾਲ ਉਹਨਾਂ ਦੀ ਦਵਾਈਆਂ ਦੀ ਪ੍ਰਮੋਸ਼ਨ ਦੇ ਮੌਕੇ ਬਹਿਣਾ ਇਹ ਕੋਈ ਬਹੁਤੀ ਚੱਕੀ ਗੱਲ ਹੈ। ਹੋਰ ਵੀ ਮੁੱਦੇ ਵਿਚਾਰਾਂਗੇ, ਪਰ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਮਹੂਆ ਮੋਇਤਰਾ ਅੱਜਕੱਲ ਬੜੀ ਚਰਚਾ 'ਚ ਆ, ਤੇ ਕੀ ਹੈ ਪੂਰਾ ਮਾਮਲਾ? ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਮਹੂਆ ਮੋਇਤਰਾ ਦੇ ਬਾਰੇ ਥੋੜਾ ਜਿਹਾ ਦੱਸ ਦੇਵਾਂ ਜੀ। ਬੰਗਾਲ ਤੋਂ ਲੋਕ ਸਭਾ ਮੈਂਬਰ ਨੇ, ਤ੍ਰਿਣਮੂਲ ਕਾਂਗਰਸ ਦੀ ਉਹ ਮੈਂਬਰ ਪਾਰਲੀਮੈਂਟ ਹੈ। 45-46 ਸਾਲ ਉਮਰ ਹੈ ਬੀਬੀ ਦੀ, ਤੇ ਉਹਨਾਂ ਨੇ ਜੋ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਜਿਹੜੀ ਪੜ੍ਹਾਈ ਕੀਤੀ ਹੈ ਅਮਰੀਕਾ ਦੇ ਵਿੱਚ ਮੈਸੇਚਿਊਸੇਟਸ ਯੂਨੀਵਰਸਿਟੀ ਤੋਂ, ਉਹਨਾਂ ਨੇ ਮੈਥ ਤੇ ਇਕਨੋਮਿਕਸ ਦੀ ਡਿਗਰੀ ਕੀਤੀ ਹੋਈ ਹੈ, ਉੱਥੇ ਪੜ੍ਹੇ ਹੋਏ ਨੇ। ਤੇ ਇਸ ਤੋਂ ਇਲਾਵਾ ਜਿਹੜੀ ਦੁਨੀਆ ਦੀ ਇੱਕ ਬਹੁਤ ਵੱਡੀ ਬੈਂਕ ਹੈ ਜੇਪੀ ਮੋਰਗਨ ਚੇਜ਼ ਦੇ ਵਿੱਚ ਉਹਨਾਂ ਨੇ ਪਰਸਨਲ ਬੈਂਕਰ ਦੇ ਤੌਰ ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਤੇ ਫਿਰ ਉਹਨਾਂ ਨੇ ਕੁਝ ਸਾਲ ਪਹਿਲਾਂ ਜੇਪੀ ਮੋਰਗਨ ਚੇਜ਼ ਦੇ ਵਿੱਚ ਇੰਨੀ ਤਰੱਕੀ ਕੀਤੀ ਕਿ ਉਹ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੱਕ ਲੰਡਨ ਦੇ ਵਿੱਚ ਉਹ ਬੀਬੀ ਜੀ ਪਹੁੰਚ ਗਏ। ਤੇ ਮਹੂਆ ਮੋਇਤਰਾ ਨੂੰ ਉਹਨਾਂ ਨੂੰ ਦੇਸ਼ ਭਗਤੀ ਜਾਗੀ ਜਾਂ ਪਤਾ ਨਹੀਂ, ਲਾਈਮਲਾਈਟ ਇਹ ਹੁਣ ਉਹੀ ਦੱਸ ਸਕਦੇ ਨੇ, ਪਰ ਉਹਨਾਂ ਨੇ ਉਸ ਜੌਬ ਨੂੰ ਛੱਡ ਕੇ, ਬਹੁਤ ਵੱਡੀ ਜੌਬ ਹੈ ਮੈਂ ਦੱਸ ਦੇਵਾਂ, ਬਹੁਤ ਵੱਡਾ ਪੈਕੇਜ ਹੋਵੇਗਾ ਨੈਚੁਰਲੀ ਉਹਨਾਂ ਦਾ, ਉਹਨੂੰ ਛੱਡ ਕੇ ਫਿਰ ਉਹਨਾਂ ਨੇ ਰਾਜਨੀਤੀ ਜੁਆਇਨ ਕਰ ਲਈ। ਰਾਹੁਲ ਗਾਂਧੀ ਦੇ ਨਾਲ ਮਿਲ ਕੇ ਬੰਗਾਲ ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ, ਤੇ ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਕਈ ਮੁਹਿੰਮਾਂ ਚਲਾਈਆਂ ਜਿਨ੍ਹਾਂ ਵਿੱਚ ਕਾਂਗਰਸ ਨੂੰ ਬੰਗਾਲ ਦੇ ਵਿੱਚ ਕਾਫੀ ਹੁੰਗਾਰਾ ਵਧੀਆ ਮਿਲਿਆ। ਫਿਰ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਆ ਗਏ, ਮਮਤਾ ਬੈਨਰਜੀ ਦੇ ਨਾਲ ਹੱਥ ਮਿਲਾ ਕੇ ਉਹਨਾਂ ਨੇ ਵਿਧਾਨ ਸਭਾ ਚੋਣ ਲੜੀ ਜਿਸ ਵਿੱਚ ਜਿੱਤ ਪ੍ਰਾਪਤ ਕੀਤੀ। ਤੇ ਇਸ ਵੇਲੇ ਕਿਸ਼ਨਗੜ੍ਹ ਤੋਂ ਉਹ ਜਿਹੜੇ ਨੇ, ਕਿਸ਼ਨਪੁਰ ਤੋਂ ਜਿਹੜੇ ਨੇ ਮੈਂਬਰ ਪਾਰਲੀਮੈਂਟ ਨੇ। ਹੁਣ ਉਹਨਾਂ ਦਾ ਪਹਿਲੀ ਵਾਰੀ ਉਹ ਲਾਈਮਲਾਈਟ ਵਿੱਚ ਉਹ ਆਏ ਕਿਉਂਕਿ ਅਮਰੀਕਾ ਦੇ ਪੜ੍ਹੇ ਹੋਏ ਨੇ ਔਰ ਬੋਲਣ ਦੇ ਵਿੱਚ, ਸਪੀਚ ਕਰਨ ਦੇ ਵਿੱਚ ਮੁਹਾਰਤ ਹੈ, ਅੰਗਰੇਜ਼ੀ ਤੇ ਬਹੁਤ ਵਧੀਆ ਫਲੋ ਹੈ। ਉਹਨਾਂ ਨੇ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਕਰੀਰਾਂ ਕੀਤੀਆਂ ਨੇ, ਉਸ ਤੋਂ ਉਹ ਕਾਫੀ ਚਰਚਾ ਦੇ ਵਿੱਚ ਆਏ ਨੇ ਔਰ ਮੁੱਦਿਆਂ ਤੇ ਬੋਲਦੇ ਨੇ, ਟਿਕਾ ਕੇ ਬੋਲਦੇ ਨੇ, ਤੇ ਕਈ ਵਾਰੀ ਬਾਅਦ ਵਿੱਚ ਵੀ ਥੋੜਾ ਬਹੁਤਾ ਆ ਜਾਂਦੇ ਨੇ ਮਹੂਆ ਮੋਇਤਰਾ। ਤੇ ਹੁਣ ਇਸ ਵੇਲੇ ਉਹ ਤ੍ਰਿਣਮੂਲ ਕਾਂਗਰਸ ਦੇ ਸਪੋਰਟ ਦੇ ਵਿੱਚ, ਕਿਉਂਕਿ ਉਹਨਾਂ ਦੀ ਪਾਰਟੀ ਹੈ, ਤੇ ਮਮਤਾ ਬੈਨਰਜੀ ਨੂੰ ਬਰਾਬਰ ਖੜੇ ਹੋ ਕੇ ਉਹ ਜਿਹੜਾ ਹੈ ਉਹ ਭਾਜਪਾ ਦੀ ਕੇਂਦਰੀ ਹਾਈ ਕਮਾਂਡ, ਭਾਜਪਾ ਸਰਕਾਰ ਤੇ ਵੈਸਟ ਬੰਗਾਲ ਦੇ ਵਿੱਚ ਰਾਜਪਾਲ ਜਗਦੀਪ ਧਨਖੜ ਨੂੰ ਜਿਹੜਾ ਹੈ ਉਹ ਸਖਤ ਮੁਕਾਬਲਾ ਦੇ ਰਹੇ ਨੇ। ਆਮ ਤੌਰ ਤੇ ਗਵਰਨਰ ਦਾ ਰੋਲ ਜਿੱਥੇ ਚੁਣੀ ਹੋਈ ਸਰਕਾਰ ਹੋਵੇ ਉੱਥੇ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ। ਵਿਧਾਨ ਸਭਾ ਦੇ ਵਿੱਚ ਰਾਜਪਾਲ ਨੇ ਉਹੀ ਪਰਚਾ ਪੜ੍ਹਨਾ ਹੁੰਦਾ ਹੈ ਜੋ ਉਸਨੂੰ ਮੌਜੂਦਾ ਲੋਕਲ ਸਰਕਾਰ ਵੱਲੋਂ ਦਿੱਤਾ ਗਿਆ ਹੋਵੇ। ਤੇ ਜੇ ਇਹ ਵੇਖਿਆ ਜਾਂਦਾ ਹੈ ਭਾਰਤੀ ਲੋਕਤੰਤਰਿਕ ਪਰੰਪਰਾਵਾਂ ਦੇ ਅਨੁਸਾਰ, ਜੇ ਰਾਜਪਾਲ ਦੀ ਸੂਬਾ ਸਰਕਾਰ ਨਾਲ ਨਹੀਂ ਬਣਦੀ ਤੇ ਇਸ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਇਸ ਵਿੱਚ ਰਾਜਪਾਲ ਦੀ ਛੁੱਟੀ ਹੋਵੇਗੀ, ਮੁੱਖ ਮੰਤਰੀ ਨੇ ਕਿਤੇ ਜਾਣਾ ਨਹੀਂ ਹੁੰਦਾ। ਹਾਂ, ਸੂਬੇ ਦੇ ਵਿੱਚ ਜੇ ਹਾਲਾਤ ਇਹੋ ਜਿਹੇ ਬਣ ਜਾਣ ਕਿ ਬਹੁਤ ਬੁਰੇ ਹਾਲਾਤ ਹੋਣ ਸੂਬੇ ਦੇ ਵਿੱਚ, ਬਹੁਤ ਜ਼ਿਆਦਾ ਬੁਰੇ ਭਾਵ ਜਿਵੇਂ ਪੰਜਾਬ ਦੇ ਵਿੱਚ ਇੰਨਾ ਸਮਾਂ ਰਹੇ ਨੇ, ਤਾਂ ਉੱਥੇ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਿਸ਼ ਜਿਹੜਾ ਹੈ ਉਹ ਰਾਜਪਾਲ ਕਰ ਸਕਦਾ ਹੈ। ਤੇ ਉਹ ਇੱਥੇ ਤੱਕ ਹੀ, ਹੁਣ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਰਾਜਪਾਲ ਦੀ ਕਾਫੀ ਸੇ ਹੋਵੇਗੀ। ਜਦੋਂ ਤੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਜਿੱਥੇ ਮੌਜੂਦ ਹੈ, ਉੱਥੇ ਰਾਜਪਾਲ ਦਾ ਜਿਹੜਾ ਬਹੁਤਾ ਦਖਲ ਅੰਦਾਜ਼ੀ ਰਾਜਨੀਤੀ ਦੇ ਵਿੱਚ ਜਾਂ ਲੋਕਲ ਸਟੇਟ ਮਾਮਲਿਆਂ ਦੇ ਵਿੱਚ ਉਹ ਚੰਗੀ ਨਹੀਂ ਸਮਝੀ ਜਾਂਦੀ। ਜੇ ਕੋਈ ਟਕਰਾਅ ਹੈ ਤਾਂ ਇਸ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਖਰਬੂਜਾ ਛੁਰੀ ਤੇ ਡਿਗੇ ਤੇ ਜਾਂ ਛੁਰੀ ਖਰਬੂਜੇ ਤੇ, ਨੁਕਸਾਨ ਜਿਹੜਾ ਹੈ ਉਹ ਖਰਬੂਜੇ ਦਾ ਹੀ ਹੋਣਾ। ਇਸ ਹਾਲਾਤ ਦੇ ਵਿੱਚ ਖਰਬੂਜਾ ਗਵਰਨਰ ਹੀ ਹੁੰਦਾ। ਹੁਣ ਜਗਦੀਪ ਧਨਖੜ ਜਿਹੜੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਲਗਾਤਾਰ ਕਈ ਟਵੀਟ ਕੀਤੇ। ਉਹਨਾਂ ਨੇ ਕਿਹਾ ਜੀ ਕਿ ਦੇਖੋ, ਲੈਂਡ ਆਰਡਰ ਦੀ ਸਿਚੁਏਸ਼ਨ ਬਹੁਤ ਖਰਾਬ ਹੈ ਬੰਗਾਲ ਦੇ ਵਿੱਚ ਤੇ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਤੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਾਂ ਮਮਤਾ ਬੈਨਰਜੀ ਸਰਕਾਰ ਜਿਹੜੀ ਹੈ ਲੋਕਾਂ ਤੇ ਖਾਮਖਾ ਕੇਸ ਬਣਾ ਰਹੀ ਹੈ
ਤੇ ਇਹ ਕੇਸ ਬਣਾਉਣੇ ਵਾਜਬ ਨਹੀਂ ਤੇ ਇਹਨਾਂ ਕੇਸਾਂ ਨੂੰ ਰੋਕਿਆ ਜਾਣਾ ਚਾਹੀਦਾ। ਤੇ ਜਿਹੜੇ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਉਸ ਆਵਾਜ਼ ਨੂੰ ਦਬਾਉਣ ਲਈ ਪੁਲਿਸ ਅਤੇ ਕਾਨੂੰਨ ਦਾ ਸਹਾਰਾ ਲੈ ਕੇ ਸਰਕਾਰ ਜਿਹੜਾ ਉਹਨਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਇਹ ਸਥਿਤੀ ਬਹੁਤ ਖਰਾਬ ਹੈ ਭਾਈ। ਜਾਂ ਤਾਂ ਤੁਸੀਂ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਿਸ਼ ਕਰ ਦਿਓ, ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ ਤੇ ਤੁਸੀਂ ਅਸਤੀਫਾ ਦੇ ਦਿਓ। ਇਹ ਦੋ ਹੀ ਆਪਸ਼ਨਾਂ ਨੇ। ਹੁਣ ਜਗਦੀਪ ਧਨਖੜ ਜਿਹੜਾ ਹੈ ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਮਾਊਥਪੀਸ ਬਣ ਕੇ ਬੋਲ ਰਿਹਾ ਸੀ। ਹੁਣ ਉਹਨਾਂ ਦਾ ਪਿਛਲੇ ਦਿਨਾਂ ਵਿੱਚ ਉਦੋਂ ਵੀ ਚਰਚਾ ਵਿੱਚ ਆਇਆ ਜਦੋਂ ਨਰਿੰਦਰ ਮੋਦੀ ਹੜ੍ਹਾਂ ਦਾ ਜਾਇਜ਼ਾ ਲੈਣ ਲਈ, ਜੋ ਚੱਕਰਵਾਤੀ ਤੂਫਾਨ ਆਇਆ ਸੀ ਉਸ ਦਾ ਜਾਇਜ਼ਾ ਲੈਣ ਲਈ ਬੰਗਾਲ ਪਹੁੰਚੇ ਨੇ ਤੇ ਮਮਤਾ ਬੈਨਰਜੀ ਨੇ ਆਖਿਆ ਕਿ ਜਿਸ ਮੀਟਿੰਗ ਵਿੱਚ ਮੈਨੂੰ ਹੋਣਾ ਚਾਹੀਦਾ ਸੀ ਨਰਿੰਦਰ ਮੋਦੀ ਦੇ ਨਾਲ, ਉੱਥੇ ਸਾਡੇ ਰਾਜਪਾਲ ਧਨਖੜ ਤੇ ਨਾਲ ਵਿਰੋਧੀ ਧਿਰ ਦੇ ਆਗੂ ਉੱਥੇ ਕੀ ਕਰ ਰਹੇ ਸਨ? ਮੇਰੇ ਜਾਣ ਤੋਂ ਪਹਿਲੇ ਉੱਥੇ ਕਿਉਂ ਬੈਠੇ ਹੋਏ ਸਨ? ਮੋਦੀ ਨਾਲ ਤਾਂ ਮੈਂ ਗੱਲ ਕਰਨੀ ਸੀ, ਮੈਂ ਦੱਸਣਾ ਕਿ ਸਟੇਟ ਦਾ ਹਾਲ ਕੀ ਹੈ, ਮੈਂ ਮੁੱਖ ਮੰਤਰੀ ਹਾਂ। ਇਹ ਉਹਨਾਂ ਦਾ ਆਪਣੇ ਥਾਂ ਤੇ ਜਿਹੜਾ ਗੱਲ ਹੈ ਉਹ ਵਾਜਬ ਸੀ, ਜਾਇਜ਼ ਸੀ। ਇਸ ਤੋਂ ਬਾਅਦ ਵੀ ਰਾਜਪਾਲ ਨਹੀਂ ਹਟੇ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਨੇ ਰਾਜਪਾਲ ਨੇ ਬਾਅਦ ਵਿੱਚ ਹੀ ਕੀਤੀਆਂ ਹੋਈਆਂ ਨੇ। ਹੁਣ ਰਾਜਪਾਲ ਲਗਾਤਾਰ ਬੋਲਦੇ ਰਹੇ ਸਿਚੁਏਸ਼ਨ ਦੇ ਖਿਲਾਫ, ਕੋਈ ਬਹੁਤਾ ਸੀਰੀਅਸਲੀ ਉਹਨਾਂ ਨੂੰ ਨਹੀਂ ਲਿਆ ਗਿਆ ਤੇ ਫਿਰ ਜੇ ਕੋਈ ਬੋਲਿਆ ਤੇ ਫਿਰ ਬੀਬੀ ਮਹੁਆ ਮੋਇਤਰਾ ਜਿਹੜੀ ਹੈ ਬੋਲੀ। ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ 45-46 ਸਾਲ ਉਮਰ ਹੈ ਤੇ ਫਿਰ ਉਹਨਾਂ ਨੇ ਰਾਜਪਾਲ ਨੂੰ ਨਾਂ ਨਹੀਂ ਲਿਆ, ਨਾ ਉਹਨਾਂ ਦਾ ਕਿਤੇ ਕਿਹਾ, ਅੰਕਲ ਜੀ ਕਹਿ ਕੇ ਸੰਬੋਧਨ ਕੀਤਾ। ਜਿੰਨੇ ਟਵੀਟ ਕੀਤੇ ਅੰਕਲ ਜੀ ਦੇ ਵਿੱਚ ਉਹਨਾਂ ਨੇ ਫਿਰ ਉਹਨਾਂ ਨੂੰ ਇੱਕ ਲੰਬੀ ਝੜੀ ਟਵੀਟਾਂ ਦੀ ਲਾ ਕੇ ਉਹਨਾਂ ਨੂੰ ਲਪੇਟਿਆ। ਅੰਕਲ ਜੀ ਦੇ ਬਾਰੇ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਅੰਕਲ ਜੀ ਤੁਹਾਨੂੰ ਚਾਹੀਦਾ ਹੈ ਕਿ ਜੇ ਤੁਹਾਨੂੰ ਇੱਥੇ ਸਭ ਕੁਝ ਠੀਕ ਨਹੀਂ ਲੱਗ ਰਿਹਾ ਜਾਂ ਤੁਸੀਂ ਚਾਹੁੰਦੇ ਹੋ ਕਿ ਇੱਥੇ ਸਭ ਕੁਝ ਠੀਕ ਹੋ ਜਾਵੇ ਤੇ ਤੁਸੀਂ ਆਪਣੇ ਆਪ ਨੂੰ ਦਿੱਲੀ ਲੈ ਜਾਓ, ਉੱਥੇ ਤੁਹਾਡਾ ਕੋਈ ਹੋਰ ਕੰਮ ਜਾਂ ਕੋਈ ਹੋਰ ਨੌਕਰੀ ਲੱਭ ਲਓ, ਤੁਹਾਡਾ ਕੰਮ ਉੱਥੇ ਸੂਤ ਆ ਸਕਦਾ ਹੈ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਲਿਖੀ ਕਿ ਜੇ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਬਾਰੇ ਕੁਝ ਸਿੱਖਣਾ ਚਾਹੁੰਦੇ ਹੋ ਕਿ ਕਿਵੇਂ ਠੀਕ ਹੋਣੀ ਹੈ ਤੇ ਜਾਓ ਆਦਿਤਿਆ ਯੋਗੀਨਾਥ ਦੇ ਨਾਲ ਜਿਹੜੇ ਉਹਨਾਂ ਦੇ ਸਲਾਹਕਾਰ ਬਣ ਜਾਓ ਤੇ ਉਹਨਾਂ ਤੋਂ ਸਿੱਖ ਲਓ। ਤੇ ਦੂਸਰੀ ਗੱਲ ਉਹਨਾਂ ਨੇ ਇਹ ਆਖੀ ਕਿ ਜੇ ਤੁਸੀਂ ਇਹ ਸਿੱਖਣਾ ਹੈ ਕਿ ਮਹਾਮਾਰੀ ਦੇ ਦੌਰਾਨ ਅੰਦਰ ਵੜ ਕੇ ਕਿਵੇਂ ਲੁਕ ਜਾਣਾ ਤੇ ਕੁਝ ਬੋਲਣਾ ਨਹੀਂ ਤੇ ਫਿਰ ਤੁਸੀਂ ਅਮਿਤ ਸ਼ਾਹ ਦੇ ਸਲਾਹਕਾਰ ਬਣ ਜਾਓ, ਉਹਨਾਂ ਕੋਲੋਂ ਸਿੱਖ ਲਓ। ਉਹਨਾਂ ਨੇ ਤੰਜ਼ ਜਿਵੇਂ ਕਹਿੰਦੇ ਨੇ ਕਿ ਸੁਣਾਇਆ ਕਿ ਇਹੋ ਅਖਾਣ ਹੁੰਦਾ ਹੈ ਕਿ ਸੁਣਾਉਣਾ ਕਿਸੇ ਨੂੰ ਜੀ, ਇਸੇ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਹੈ। ਨਾਲ ਉਹਨੇ ਇੱਕ 6 ਬੰਦਿਆਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਹੈ ਆਪਣੇ ਟਵੀਟ ਦੇ ਵਿੱਚ। ਮਹੁਆ ਮੋਇਤਰਾ ਨੇ ਉਹ 6 ਬੰਦਿਆਂ ਦਾ ਬਕਾਇਦਾ ਨਾਮ ਦੇ ਕੇ, ਉਹਨਾਂ ਦੇ ਅਹੁਦੇ ਦੇ ਕੇ, ਉਹਨਾਂ ਦੇ ਬਾਰੇ ਡਿਟੇਲ ਦੇ ਕੇ ਕਿ ਇਹ ਜਵਾਈ ਹੈ ਜਗਦੀਪ ਧਨਖੜ ਦਾ, ਇਹ ਭਾਈ ਹੈ, ਇਹ ਦੋਸਤ ਹੈ, ਫਲਾਨਾ, ਇਹ ਸਾਰੇ ਇਹਨਾਂ ਦੇ ਆਪਣੇ ਨੇ ਤੇ ਇਹ ਬੰਦੇ ਸਰਕਾਰ ਦੇ ਵਿੱਚ ਇਹਨਾਂ ਨੇ ਫਿੱਟ ਕੀਤੇ ਹੋਏ ਨੇ। OSD ਦੇ ਤੌਰ ਤੇ ਹੈ, ਕੋਈ ਸਲਾਹਕਾਰ ਹੈ, ਕੋਈ ਸੈਕਟਰੀ ਹੈ, ਕੋਈ ਕੁਛ ਹੈ। ਇਹ ਸਾਰੇ ਗਵਰਨਰ ਹਾਊਸ ਦੇ ਵਿੱਚ ਜਿਹੜੇ ਹਨ ਬੰਗਾਲ ਸਰਕਾਰ ਦੇ ਖਰਚੇ ਤੇ ਮੌਜਾਂ ਕਰ ਰਹੇ ਨੇ ਤੇ ਇਹ ਸਾਰੇ ਇਸ ਕਰਕੇ ਜਿਹੜੇ ਹਨ ਗਵਰਨਰ ਸਾਹਿਬ ਨੂੰ ਆਪਣੇ ਇਹਨਾਂ ਬੰਦਿਆਂ ਦੀ ਫਿਕਰ ਪਈ ਹੋਈ ਤੇ ਸਾਡੇ ਖਿਲਾਫ ਜਿਹੜਾ ਨਾ ਕੁਝ ਬੋਲਦੇ ਰਹਿੰਦੇ ਨੇ। ਹੁਣ ਇਸ ਤੋਂ ਬਾਅਦ ਜਗਦੀਪ ਧਨਖੜ ਜਿਹੜੇ ਨੇ ਉਹ ਵੀ ਥੋੜਾ ਬਹੁਤ ਬੋਲਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ, ਪਰ ਮਹੁਆ ਮੋਇਤਰਾ ਨੇ ਵੀ ਗੱਲ ਕੀਤੀ ਹੈ ਕਿ ਜੇ ਇਹ ਗਵਰਨਰ ਜਿਹੜਾ ਹੈ ਰਾਜਨੀਤੀ ਦੇ ਵਿੱਚ ਸ਼ਾਮਲ ਹੋ ਕੇ ਇੱਕ ਸੰਵਿਧਾਨਿਕ ਅਹੁਦੇ ਨੂੰ ਛੱਡ ਕੇ ਉਹ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ ਕਰਦਾ ਤੇ ਸਾਨੂੰ ਵੀ ਪੂਰਾ ਹੱਕ ਹੈ ਕਿ ਅਸੀਂ ਉਸ ਤੇ ਉਂਗਲ ਉਠਾਈਏ ਤੇ ਉਸ ਦੀਆਂ ਗੱਲਾਂ ਤੇ ਕਿੰਤੂ ਪ੍ਰੰਤੂ ਕਰੀਏ। ਹੁਣ ਬੀਬੀ ਮਹੁਆ ਮੋਇਤਰਾ ਨੇ ਇਸ ਮਾਮਲੇ ਦੇ ਵਿੱਚ ਇੱਕ ਕਿਸਮ ਦਾ ਰਾਜਦੀਪ ਨੂੰ ਜਿਹੜਾ ਹੈ ਜਗਦੀਪ ਧਨਖੜ ਨੂੰ ਜਿਹੜਾ ਹੈ ਚੁੱਪ ਕਰਾ ਦਿੱਤਾ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਟਵੀਟਾਂ ਦੀ ਝੜੀ ਲਾਈ ਹੈ ਇਹ ਦੇਖਣੀ ਬਣਦੀ ਹੈ ਤੇ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ। ਕੁਲਦੀਪ ਜੀ, ਜਦੋਂ ਕਹਿੰਦੇ ਮਾੜਾ ਸਮਾਂ ਆਉਂਦਾ ਹੈ ਤੇ ਆਪਣੇ ਵੀ ਬਗਾਨੇ ਬਣ ਜਾਂਦੇ ਆ ਤੇ ਰਾਹੁਲ ਗਾਂਧੀ ਦੇ ਸਾਥੀ ਨੇ ਵੀ ਇਦਾਂ ਦਾ ਹੀ ਕੁਝ ਕੀਤਾ, ਕਹਿੰਦੇ ਭਾਜਪਾ ਦਾ ਪੱਲਾ ਫੜ ਲਿਆ ਜਾ ਕੇ। ਰਾਹੁਲ ਵਾਸਤੇ ਬੇਸਿਕਲੀ ਕੁਝ ਵੀ ਚੰਗਾ ਨਹੀਂ ਹੋ ਰਿਹਾ। ਜਿਵੇਂ ਕਿਸੇ ਜਰਨੈਲ ਦੀਆਂ ਫੌਜਾਂ ਹਾਰ ਰਹੀਆਂ ਹੋਣ ਤੇ ਉਹ ਆਪਣੇ ਖੇਮੇ ਦੇ ਵਿੱਚ ਬੈਠਾ ਹੋਵੇ ਤੇ ਕੋਈ ਏਲਚੀ ਆਵੇ ਕਿ ਦੇਖੋ ਜੀ ਅਸੀਂ ਫਲਾਨਾ ਮੋਰਚਾ ਵੀ ਹਾਰ ਗਏ ਹਾਂ, ਅਸੀਂ ਫਲਾਨਾ ਵੀ ਹਾਰ ਗਏ ਹਾਂ, ਸਾਡਾ ਆਹ ਬੰਦਾ ਵੀ ਸ਼ਹੀਦ ਹੋ ਚੁੱਕਾ ਹੈ, ਸਾਡਾ ਆਹ ਬੰਦਾ ਵੀ ਮਾਰਿਆ ਜਾ ਚੁੱਕਾ ਹੈ, ਦੁਸ਼ਮਣ ਨੇ ਸਾਡਾ ਇਸ ਥਾਂ ਤੇ ਵੀ ਕਬਜ਼ਾ ਕਰ ਲਿਆ। ਰਾਹੁਲ ਗਾਂਧੀ ਆਪਣੀ ਖੁੱਡ ਦੇ ਵਿੱਚੋਂ ਤਾਂ ਨਿਕਲਦੇ ਨਹੀਂ, ਉਹ ਪਤਾ ਨਹੀਂ ਕਿੱਥੇ ਲੁਕੇ ਹੋਏ ਨੇ। ਵੀਡੀਓ ਕਾਲਾਂ ਦੇ ਜ਼ਰੀਏ ਤੇ ਫੋਨ ਕਾਲਾਂ ਦੇ ਜ਼ਰੀਏ ਤੇ ਟਵਿੱਟਰ ਦੇ ਜ਼ਰੀਏ ਉਹ ਆਮ ਚਰਚਾ ਦੇ ਵਿੱਚ ਰਹਿੰਦੇ ਨੇ। ਰਾਹੁਲ ਗਾਂਧੀ ਜਦੋਂ ਤੋਂ ਇਸ ਤਰ੍ਹਾਂ ਲੁਕ ਛਿਪ ਗਏ ਨੇ, ਸਿਰਫ ਆਖਰੀ ਵਾਰੀ ਜੇ ਉਹਨਾਂ ਨੂੰ ਕਿਤੇ ਪਬਲਿਕਲੀ ਕੋਈ ਵਧੀਆ ਤਰੀਕੇ ਨਾਲ ਜਾਂ ਕਿਸੇ ਮੁਹਿੰਮ ਦੇ ਵਿੱਚ ਸ਼ਾਮਲ ਵੇਖਿਆ ਗਿਆ ਤੇ ਉਹ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸੀ ਆਗੂਆਂ ਨੇ ਟਰੈਕਟਰ ਦੇ ਉੱਪਰ ਵੱਡੇ ਵੱਡੇ ਗੱਦੇ ਲਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ ਬਿਠਾ ਦਿੱਤਾ ਤੇ ਦੂਸਰੇ ਪਾਸੇ ਰਾਹੁਲ ਗਾਂਧੀ ਨੂੰ ਬਿਠਾ ਦਿੱਤਾ ਤੇ ਉਹ ਕਿਸਾਨਾਂ ਦੇ ਹਿਤੈਸ਼ੀ ਬਣ ਕੇ ਪੰਜਾਬ ਵਿੱਚ ਆਏ ਸਨ। ਪਿੱਛੇ ਤਾਂ ਪਹਿਲਾਂ ਹੀ ਕਾਂਗਰਸ ਜਿਹੜੀ ਹੈ ਵਾਹਵਾ ਖੱਟ ਰਹੀ ਹੈ ਕਿਸਾਨਾਂ ਦੇ ਹਿਤੈਸ਼ੀ ਬਣ ਕੇ। ਰਾਹੁਲ ਗਾਂਧੀ ਨੂੰ ਕੋਈ ਇੱਥੇ ਆ ਕੇ ਖਾਸ ਕਰ ਦੀ ਲੋੜ ਨਹੀਂ ਸੀ। ਸਵਾਦ ਤੇ ਤਾਂ ਸੀ ਰਾਹੁਲ ਗਾਂਧੀ ਯੂਪੀ ਜਾਂਦੇ ਜਾਂ ਮੱਧ ਪ੍ਰਦੇਸ਼ ਜਾਂਦੇ ਜਾਂ ਰਾਜਸਥਾਨ ਜਾਂਦੇ ਤੇ ਉੱਥੇ ਕੋਈ ਮੁਹਿੰਮ ਖੜੀ ਕਰਕੇ ਦਿਖਾਉਂਦੇ। ਰਾਜਸਥਾਨ ਦੇ ਵਿੱਚ ਵੀ ਕਾਂਗਰਸ ਸਰਕਾਰ ਹੈ ਤੇ ਰਾਜਸਥਾਨ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਥੋੜੇ ਕੁ ਪੰਜਾਬੀ ਨੇ।
ਹਾਲਾਂਕਿ ਕਈ ਜਗ੍ਹਾ ਤੇ ਰਾਜਸਥਾਨ ਦੇ ਵਿੱਚ ਆਵਾਜ਼ ਉਠਾਈ ਗਈ ਹੈ, ਹੂੰ ਉਨੀ ਜ਼ਿਆਦਾ ਸਵਲੀਨਗੀ ਨਹੀਂ ਉਠਾਈ ਗਈ ਜਿੰਨੀ ਉਠਾਈ ਜਾਣੀ ਚਾਹੀਦੀ ਸੀ। ਰਾਜਸਥਾਨ ਦੇ ਵਿੱਚੋਂ ਲੋਕ ਆਏ ਵੀ ਨੇ, ਪਰ ਜਿਸ ਤਰ੍ਹਾਂ ਦਾ ਪੰਜਾਬ, ਹਰਿਆਣਾ ਤੇ ਯੂਪੀ ਨੇ ਹੁੰਗਾਰਾ ਦਿੱਤਾ ਹੈ, ਹਰਿਆਣੇ ਦੇ ਵਿੱਚ ਭਾਜਪਾ ਸਰਕਾਰ ਹੈ, ਯੂਪੀ 'ਚ ਭਾਜਪਾ ਸਰਕਾਰ ਹੈ, ਕਾਂਗਰਸ ਦੀ ਸਰਕਾਰ ਜਿੱਥੇ ਜਿੱਥੇ ਹੈ ਉੱਥੇ ਰਾਹੁਲ ਗਾਂਧੀ ਤੇ ਕੁਝ ਵੀ ਨਾ ਕਰ ਸਕੇ। ਜੀ ਜੇ ਪੋਲੀਟੀਕਲ ਮਾਈਲੇਜ ਹਾਸਲ ਕਰਨ ਦੀ ਗੱਲ ਵੀ ਅਸੀਂ ਕਰ ਲਈਏ ਤੇ ਰਾਹੁਲ ਗਾਂਧੀ ਵਾਸਤੇ ਇੱਕ ਮੌਕਾ ਸੀ ਕਿ ਜਿੱਥੇ ਜਿੱਥੇ ਕਾਂਗਰਸ ਸਰਕਾਰ ਹੈ ਕੋਈ ਨਾ ਕੋਈ ਅੰਦੋਲਨ ਖੜਾ ਕਰ ਲੈਂਦੇ ਤੇ ਫਿਰ ਇਸ ਤੋਂ ਕੋਈ ਰਾਜਨੀਤਿਕ ਲਾਹਾ ਲੈਣ ਦਾ ਯਤਨ ਕਰਦੇ। ਹੂੰ ਇਹ ਇੱਕ ਰਾਜਨੀਤਿਕ ਪੱਖ ਦੀ ਮੈਂ ਗੱਲ ਕੀਤੀ ਹੈ, ਮੈਂ ਇਹ ਨਹੀਂ ਉਹਨਾਂ ਨੂੰ ਸਲਾਹ ਨਹੀਂ ਦੇ ਰਿਹਾ, ਜੀ ਪਰ ਰਾਹੁਲ ਗਾਂਧੀ ਕੁਝ ਖਾਸ ਕਰ ਨਹੀਂ ਰਹੇ। ਹੂੰ ਜਤਿੰਦਰ ਪ੍ਰਸਾਦ ਇੱਕ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਹੋਇਆ ਕਰਦੇ ਸਨ। ਸੰਨ 2000 ਦੇ ਵਿੱਚ ਉਹਨਾਂ ਨੇ ਸੋਨੀਆ ਗਾਂਧੀ ਨੂੰ ਚੈਲੰਜ ਕੀਤਾ ਕਿ ਮੈਂ ਪ੍ਰਧਾਨ ਬਣਨਾ ਹੈ। ਹੂੰ ਇਹ ਕਿਸੇ ਵੀ ਪਾਰਟੀ ਦਾ ਅੰਦਰੂਨੀ ਲੋਕਤੰਤਰ ਜਿਹੜਾ ਹੈ ਇਹਨਾਂ ਗੱਲਾਂ ਤੇ ਨਿਰਭਰ ਹੁੰਦਾ ਹੈ ਕਿ ਉੱਥੇ ਦਾ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ। ਕਾਂਗਰਸ ਦੇ ਵਿੱਚ ਅੰਦਰੂਨੀ ਲੋਕਤੰਤਰ ਜਿਹੜਾ ਹੈ ਬਹੁਤ ਜ਼ਿਆਦਾ ਕਮਜ਼ੋਰ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਕਾਂਗਰਸ ਨੇ ਹਮੇਸ਼ਾ ਹੀ ਉਹ ਲੋਕ ਚੁਣੇ ਨੇ ਜੋ ਕੁਝ ਇੱਕ ਲੋਕਾਂ ਦੀ ਨਜ਼ਰ ਦੇ ਵਿੱਚ ਪਾਰਟੀ ਦੇ ਆਗੂ ਸਿਰਫ ਉਹੀ ਬਣ ਸਕਦੇ ਨੇ। ਅੱਜ ਵੀ ਗਾਂਧੀ ਪਰਿਵਾਰ ਜਾਂ ਨਹਿਰੂ ਪਰਿਵਾਰ ਦੇ ਹਿਤੈਸ਼ੀਆਂ ਦੀ ਤੇ ਉਹਨਾਂ ਦੇ ਸਮਰਥਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਿਸੇ ਪਾਸਿਓਂ ਵੀ ਕੋਈ ਚੈਲੰਜ ਆਵੇ ਉੱਠ ਕੇ ਖੜੇ ਹੋ ਜਾਂਦੇ ਨੇ ਹੂੰ ਕਿ ਨਹੀਂ ਜੀ ਇਹਨਾਂ ਨੂੰ ਕੋਈ ਚੈਲੰਜ ਨਹੀਂ। ਹੂੰ ਪਰ ਇਸ ਜਿਹੜਾ ਨੌਜਵਾਨ ਜਿਤਨ ਪ੍ਰਸਾਦ ਹੁਣ ਛੱਡ ਕੇ ਗਿਆ, ਇਸ ਦੇ ਬਾਪ ਨੇ ਇਹ ਹਮਾਕਤ 2000 ਵਿੱਚ ਕੀਤੀ ਸੀ, ਪਰ ਫਿਰ ਵੀ ਰਾਹੁਲ ਗਾਂਧੀ ਨੇ ਉਸ ਨੂੰ ਗਲ ਨਾਲ ਲਾ ਕੇ ਰੱਖਿਆ ਹੂੰ ਤੇ ਉਸਨੇ ਲੋਕ ਸਭਾ ਦੀ ਚੋਣ ਜਿੱਤ ਕੇ ਕਾਂਗਰਸ ਵੱਲੋਂ, ਉਹ ਵੀ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਤੋਂ, ਜਿੱਥੇ ਕਿ ਕਾਂਗਰਸ ਕੋ ਬਹੁਤੀ ਜ਼ਿਆਦਾ ਯੂਪੀ ਦੇ ਵਿੱਚ ਆਧਾਰ ਗਵਾ ਚੁੱਕੀ ਹੈ, ਭਲਿਆਂ ਸਮਿਆਂ ਦੇ ਵਿੱਚ ਕਾਂਗਰਸ ਦੇ ਵੱਲੋਂ ਉੱਥੋਂ ਜਿੱਤ ਕੇ ਤੇ ਫਿਰ ਉਹ ਯੂਨੀਅਨ ਕੈਬਨਿਟ ਮਿਨਿਸਟਰ ਵੀ ਰਹੇ ਨੇ ਤੇ ਹੁਣ ਅਖੀਰ ਸਾਥ ਉਹ ਵੀ ਛੱਡ ਗਏ ਨੇ। ਕਹਿੰਦੇ ਨੇ ਕਿ ਬੰਗਾਲ ਦੇ ਵਿੱਚ ਵੀ ਉਹ ਗਏ ਸੀ ਚੋਣਾਂ ਦੇ ਵਿੱਚ ਪ੍ਰਚਾਰ ਕਰਨ, ਤਾਂ ਉੱਥੇ ਉਹਨਾਂ ਨੂੰ ਪੁੱਛਿਆ ਕਿਸੇ ਨੇ। ਹੂੰ ਉੱਥੇ ਉਹਨਾਂ ਦੀ ਜੋ ਨੀਤੀ ਬਣਾਉਣੀ ਸੀ ਕਾਂਗਰਸ ਨੇ ਬੰਗਾਲ ਦੇ ਵਿੱਚ ਚੋਣਾਂ ਲੜਨ ਦੀ, ਉਸ ਦੇ ਵਿੱਚ ਉਹਨਾਂ ਦੀ ਕੋਈ ਸਲਾਹ ਨਹੀਂ ਲਈ ਗਈ। ਉਹ ਯੰਗ ਔਰ ਨੌਜਵਾਨ ਆਗੂ ਸਨ। ਯੂਪੀ ਦੇ ਵਿੱਚ ਬ੍ਰਾਹਮਣ ਚਿਹਰੇ ਦੇ ਤੌਰ ਤੇ ਜਾਣੇ ਜਾਂਦੇ ਨੇ। ਯੂਪੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਨਾਲੋਂ ਵੱਧ ਸਮਾਜਵਾਦੀ ਪਾਰਟੀ ਦੇ ਆਗੂਆਂ ਦੀ ਪੁੱਛ ਪੜਤਾਲ ਜ਼ਿਆਦਾ ਹੈ, ਇਸ ਕਰਕੇ ਮੈਂ ਪਾਰਟੀ ਤੋਂ ਖੁਸ਼ ਨਹੀਂ ਹਾਂ ਤੇ ਮੈਂ ਪਾਰਟੀ ਛੱਡਣ ਦਾ ਐਲਾਨ ਕਰਦਾ, ਤੇ ਭਾਜਪਾ ਦਾ ਪੱਲਾ ਉਹਨਾਂ ਨੇ ਫੜ ਲਿਆ। ਇਹ ਜੋਤੀਰਾਦਿੱਤਿਆ ਸਿੰਧੀਆ ਤੋਂ ਬਾਅਦ ਇਹ ਜਿਹੜੇ ਦੂਸਰੇ ਆਗੂ ਨੇ ਜਿਤਨ ਪ੍ਰਸਾਦ ਜਿਹੜੇ ਨੇ, ਇਹ ਹੁਣ ਭਾਜਪਾ ਦਾ ਪੱਲਾ ਫੜ ਚੁੱਕੇ ਨੇ। ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਕੀ ਕਰਦੇ ਨੇ, ਆਉਣ ਵਾਲਾ ਸਮਾਂ ਦੱਸੇਗਾ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪੰਜਾਬ ਕਾਂਗਰਸ 'ਚ ਸਭ ਸੁੱਖ ਸਾਂਦੀ ਹੈ ਕਿ ਨਹੀਂ? ਪੰਜਾਬ ਕਾਂਗਰਸ ਦੇ ਵਿੱਚ ਜੇ ਤਾਂ ਪਿਛਲੇ 2 ਦਿਨਾਂ ਤੋਂ ਦੇਖੀਏ, ਪਤਾ ਨਹੀਂ ਗਰਮੀ ਦਾ ਅਸਰ ਹੈ ਜਿਹੜੀ ਪੰਜਾਬ 'ਚ ਇੰਨੀ ਇਸ ਵੇਲੇ ਪੈ ਰਹੀ ਹੈ, ਸੁੱਖ ਸਾਂਦ ਹੈ, ਏਸੀ ਚੱਲ ਰਹੇ ਨੇ ਤੇ ਠੰਡ ਵਰਤੀ ਹੋਈ ਹੈ। ਟਵਿੱਟਰ ਵੀ ਚੁੱਪ ਹੈ। ਇੱਕੋ ਹੀ ਆਗੂ ਥੋੜਾ ਬਹੁਤਾ ਕਹਿੰਦੇ ਬੋਲ ਰਹੇ ਨੇ, ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ, ਇਹ ਚੁੱਪਚਾਪ ਨੇ। ਅੱਜ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਸਾਡਾ ਸ਼ਾਇਦ ਇਹ ਪ੍ਰੋਗਰਾਮ ਦਰਸ਼ਕਾਂ ਤੱਕ ਪਹੁੰਚੇਗਾ, ਸ਼ਾਇਦ ਮਲਿਕਾਰਜੁਨ ਖੜਗੇ ਜਿਹੜੀ ਹੈ ਰਿਪੋਰਟ ਜਿਹੜੀ ਹੈ 3 ਮੈਂਬਰੀ ਕਮੇਟੀ ਦੀ, ਹਰੀਸ਼ ਰਾਵਤ, ਜੇਪੀ ਅਗਰਵਾਲ ਤੇ ਮਲਿਕਾਰਜੁਨ ਖੜਗੇ ਦੀ, ਉਹ ਪਹੁੰਚ ਜਾਵੇਗੀ ਔਰ ਉਸ ਤੇ ਫਿਰ ਹਾਈ ਕਮਾਂਡ ਕੋਈ ਫੈਸਲਾ ਲਵੇਗੀ। ਇੱਕ ਮੈਂ ਦੱਸ ਦੇਵਾਂ ਕਿ ਇਸੇ ਤਰ੍ਹਾਂ ਦੀ ਕਮੇਟੀ ਇੱਕ ਰਾਜਸਥਾਨ ਦੇ ਵਿੱਚ ਕਾਟੋ ਕਲੇਸ਼ ਜਿਹੜਾ ਹੈ ਕਾਂਗਰਸ ਦਾ, ਉਸ ਨੂੰ ਨਿਪਟਾਉਣ ਲਈ ਇੱਕ ਕਮੇਟੀ ਬਣਾਈ ਗਈ ਸੀ, ਉਹ ਅਜੇ ਤੱਕ ਨਿਪਟਿਆ ਨਹੀਂ। ਉੱਥੇ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਜੇ ਵੀ ਰੌਲਾ ਪਾ ਰਹੇ ਨੇ ਕਿ ਹੋਰ ਹੁਣ ਕਿੰਨਾ ਇੰਤਜ਼ਾਰ ਕਰੀਏ। ਤੇ ਇੱਥੇ ਕਨਸੋਆਂ ਜਿਹੜੀਆਂ ਆ ਰਹੀਆਂ ਨੇ ਉਹ ਮੈਂ ਸਾਂਝੀਆਂ ਕਰ ਦੇਵਾਂ ਕਿ ਨਵਜੋਤ ਸਿੱਧੂ ਬਣ ਸਕਦੇ ਨੇ ਉਪ ਮੁੱਖ ਮੰਤਰੀ ਤੇ ਜਾਂ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ। ਇਹਨਾਂ ਦੋਵਾਂ ਸੂਰਤਾਂ ਦੇ ਵਿੱਚ ਛੁੱਟੀ ਜਿਹੜੀ ਹੈ, ਜੇ ਉਹ ਪ੍ਰਧਾਨ ਬਣਦੇ ਨੇ ਤੇ ਸੁਨੀਲ ਜਾਖੜ ਦੀ ਹੋਵੇਗੀ। ਹੁਣ ਉਹ ਕਿਸ ਤਰ੍ਹਾਂ ਚੁੱਪ ਬੈਠਣਗੇ, ਇਸ ਬਾਰੇ ਕੁਝ ਪਤਾ ਨਹੀਂ। ਨਵਜੋਤ ਸਿੱਧੂ ਨੂੰ ਕੀ ਇਸ ਤਰ੍ਹਾਂ ਡਿਪਟੀ ਚੀਫ ਮਿਨਿਸਟਰ ਜਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਦੇਖ ਕੇ ਕੈਪਟਨ ਅਮਰਿੰਦਰ ਖੁਸ਼ ਹੋਣਗੇ, ਇਸ ਬਾਰੇ ਵੀ ਕੁਝ ਪਤਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਰ ਜਿਹੜੇ ਹਨ ਉਹ ਤੋਲਣੇ ਸ਼ੁਰੂ ਕੀਤੇ ਨੇ ਤੇ ਕੁਝ ਦਿਨ ਪਹਿਲਾਂ 3 ਵਿਅਕਤੀਆਂ ਨੂੰ ਉਹਨਾਂ ਨੇ, ਸੁਖਪਾਲ ਸਿੰਘ ਖਹਿਰਾ ਸਮੇਤ, ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਹੈ ਤੇ ਆਪਣੇ ਵੱਲੋਂ ਵੱਡਾ ਮਾਰਕਾ ਉਹਨਾਂ ਨੇ ਮਾਰ ਲਿਆ। ਇਸ ਵੇਲੇ ਉਹਨਾਂ ਦਾ ਖੇਮਾ ਭਾਰੀ ਹੈ, ਪਰ ਕੈਪਟਨ ਖੇਮਾ ਇਸ ਵੇਲੇ ਸਰਗਰਮ ਹੈ ਤੇ ਮੀਟਿੰਗਾਂ ਥਾਂ ਥਾਂ ਜਾਰੀ ਨੇ। ਤੇ ਇਹ ਵੀ ਦੱਸਿਆ ਗਿਆ ਕਿ ਕੈਪਟਨ ਅਮਰਿੰਦਰ ਨੂੰ ਇੱਕ ਹੋਰ ਗਰੁੱਪ ਦੀ ਹਮਾਇਤ ਜਿਹੜੀ ਹੈ ਉਹ ਅੰਦਰ ਖਾਤੇ ਪ੍ਰਾਪਤ ਹੋ ਗਈ ਹੈ। ਸੀਸਮਾ ਵਿਖੇ ਉਹਨਾਂ ਦਾ ਫਾਰਮ ਹੈ, ਉਸ ਦੇ ਵਿੱਚ ਪੰਜਾਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਤੇ ਰਵਨੀਤ ਸਿੰਘ ਬਿੱਟੂ, ਜਸਵੀਰ ਡਿੰਪਾ ਤੇ ਹੋਰ ਇੱਕ ਆਗੂ ਨੇ, ਉਹਨਾਂ ਦੇ ਜਿਹੜੀ ਹਮਾਇਤ ਹੈ ਪ੍ਰਾਪਤ ਹੋ ਗਈ। ਤੇ ਸੁਖਵਿੰਦਰ ਸੁਖ ਸਰਕਾਰੀਆ ਵੀ ਉੱਥੇ ਮੌਜੂਦ ਸਨ ਤੇ ਵਾਹਵਾ ਲੰਬੀ ਚੌੜੀ ਇਹਨਾਂ ਦੀ ਗੱਪਸ਼ਪ ਜਿਹੜੀ ਹੈ ਸੀਸਮਾ ਫਾਰਮ ਵਿਖੇ ਚੱਲੀ ਹੈ। ਤੇ ਉਹ ਇਸ ਗੱਲ ਨਾਲ ਸਹਿਮਤ ਹੁੰਦੇ ਨਜ਼ਰ ਆਏ ਨੇ
ਕਿ ਨਵਜੋਤ ਸਿੰਘ ਸਿੱਧੂ ਵਾਸਤੇ ਕੋਈ ਬਹੁਤੀ ਜਗ੍ਹਾ ਨਹੀਂ ਹੈ ਵੱਡੇ ਅਹੁਦਿਆਂ ਲਈ। ਜੇ ਉਹ ਕਾਂਗਰਸ ਵਿੱਚ ਐਜ਼ ਐਨ MLA ਉਹਨਾਂ ਨੂੰ ਟਿਕਟ ਆਉਣ ਵਾਲੇ ਸਮੇਂ 'ਚ ਮਿਲ ਜਾਵੇਗੀ, ਪਰ ਉਹਨਾਂ ਨੂੰ ਜੇ ਕੋਈ ਵੱਡੇ ਅਹੁਦੇ ਦੀ ਭਾਲ ਵਿੱਚ ਹਨ ਤੇ ਉਹ ਉਹਨਾਂ ਨੂੰ ਸ਼ਾਇਦ ਨਾ ਮਿਲੇ। ਹੁਣ ਨਵਜੋਤ ਸਿੱਧੂ ਵਾਸਤੇ ਇਹ ਪ੍ਰੀਖਿਆ ਦੀ ਘੜੀ ਹੈ। ਜਿਨ੍ਹਾਂ ਮੁੱਦਿਆਂ ਤੇ ਉਹਨਾਂ ਨੇ ਆਵਾਜ਼ ਉਠਾਈ ਹੈ, ਤੇ ਜੇ ਉਹ ਉਪ ਮੁੱਖ ਮੰਤਰੀ ਬਣਾ ਦਿੱਤੇ ਜਾਂਦੇ ਨੇ ਤੇ ਕਰਨਗੇ ਕੀ 6 ਮਹੀਨਿਆਂ ਵਿੱਚ? ਬਿਲਕੁਲ। ਕੀ ਉਹਨਾਂ ਮਸਲਿਆਂ ਨੂੰ ਹੱਲ ਕਰ ਸਕਣਗੇ? ਉਹਨਾਂ ਕੋਲ ਇੰਨੀ ਤਾਕਤ ਹੈ? ਤੇ ਜਿਹੜੇ ਮਸਲੇ ਉਹਨਾਂ ਨੇ ਉਠਾਏ ਨੇ ਉਹ ਉਹਨਾਂ ਦੇ ਉਪ ਮੁੱਖ ਮੰਤਰੀ ਜਾਂ ਕਾਂਗਰਸ ਦਾ ਪ੍ਰਧਾਨ ਬਣਨ ਦੇ ਨਾਲ ਕਿਵੇਂ ਸੋਲਵ ਹੋਣਗੇ? ਜੇ ਤਾਂ ਸੁਖਪਾਲ ਸਿੰਘ ਖਹਿਰਾ ਵਾਂਗ ਉਹਨਾਂ ਨੇ ਇੱਕ ਜਿਵੇਂ ਕਹਿੰਦੇ ਨੇ ਕਿ ਸੋਚ ਲਿਆ ਕਿ ਹੁਣ ਜੋ ਮਰਜ਼ੀ ਸਵਾਲ ਆ ਜਾਵੇ, ਮੈਂ ਤੇ ਜਵਾਬ ਘੜੇ ਘੜਾਏ ਨੇ। ਜੇ ਉਹ ਅੱਗੇ ਵੀ ਇਸ ਤਰ੍ਹਾਂ ਨਵਜੋਤ ਸਿੱਧੂ ਕਰਦੇ ਨੇ, ਜੇ ਮਨਮੋਹਨ ਸਿੰਘ ਤੋਂ ਮਾਫੀ ਮੰਗ ਸਕਦੇ ਨੇ ਸਟੇਜ ਤੇ ਖੜੇ ਹੋ ਕੇ ਕਿ ਮੈਂ ਤੁਹਾਨੂੰ ਆਹ ਲਫ਼ਜ਼ ਮੈਂ ਵਰਤਦਾ ਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਲਈ, ਤੇ ਹੁਣ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ, ਤੇ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਲੈਣ, ਕੋਈ ਵੱਡੀ ਗੱਲ ਨਹੀਂ। ਪਰ ਨਵਜੋਤ ਸਿੰਘ ਸਿੱਧੂ ਦਾ ਪਾਲਾ ਜਿਹੜਾ ਇਸ ਵੇਲੇ ਕਮਜ਼ੋਰ ਪੈਂਦਾ ਜਾ। ਰਾਜਨੀਤੀ ਚੋਂ ਬਾਹਰ ਨਿਕਲ ਕੇ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਤੇ ਖੇਤੀ ਬਿੱਲਾਂ ਦੇ ਚਲਦਿਆਂ ਕਿਸਾਨ ਝੋਨਾ ਲਾ ਰਹੇ ਨੇ ਕਿ ਨਹੀਂ? ਝੋਨਾ ਲਾ ਰਹੇ ਨੇ ਸਵਲੀਨ ਜੀ। ਪੰਜਾਬ ਦੇ ਵਿੱਚ ਮੈਂ ਇਹਨੂੰ 2 ਖਿੱਤਿਆਂ ਦੇ ਵਿੱਚ ਆਪਣੇ ਤੌਰ ਤੇ ਮੈਂ ਤਕਸੀਮ ਕਰਦਾ ਹਾਂ ਝੋਨਾ ਲਵਾਈ ਦੇ। ਉਹ ਖੇਤਰ ਜਿਨ੍ਹਾਂ ਵਿੱਚ ਪੱਕੇ ਤੌਰ ਤੇ ਝੋਨਾ ਲੱਗਦਾ ਹੈ, ਮਾਲਵੇ ਦੇ ਤੇ ਮਾਝੇ ਦੇ ਖਾਸ ਤੇ ਉਹ ਇਲਾਕੇ ਨੇ ਜਿੱਥੇ ਝੋਨਾ ਲੱਗਦਾ ਹੀ ਲੱਗਦਾ ਹੈ ਤੇ ਹੋਰ ਕੋਈ ਫਸਲਾਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੁੰਦੀਆਂ, ਤੇ ਝੋਨਾ ਪੂਰੇ ਜ਼ੋਰ ਸ਼ੋਰ ਨਾਲ ਕਿਸਾਨ ਲਾਉਂਦੇ ਨੇ। ਉੱਥੇ ਤੇ ਝੋਨਾ ਲੱਗ ਰਿਹਾ ਅੱਗੇ ਵਾਲੀ ਰਫ਼ਤਾਰ ਦੇ ਨਾਲ ਹੀ। ਪਰ ਜਿਹੜੇ ਕੁਝ 605 ਵਿੱਚ ਕਿਸਾਨ ਹੁੰਦੇ ਨੇ ਕਿ ਕਦੇ ਝੋਨਾ ਲਾ ਲਿਆ ਕਦੇ ਝੋਨਾ ਨਹੀਂ ਲਾਉਣਾ, ਉਹ ਇਸ ਵਾਰੀ ਥੋੜਾ ਪਿੱਛੇ ਹਟ ਰਹੇ ਨੇ। ਉਹ ਇੰਨੇ ਜ਼ੋਰ ਸ਼ੋਰ ਨਾਲ ਝੋਨੇ ਦੀ ਲੁਆਈ ਨਹੀਂ ਕਰ ਰਹੇ। ਹੁਣ ਝੋਨੇ ਦੀ ਲੁਆਈ ਬਾਰੇ ਹੋਰ ਵੀ ਇੱਕ ਕਾਰਨ ਜਿਹੜਾ ਹੈ ਸਾਹਮਣੇ ਆ ਰਿਹਾ। ਪਿਛਲੇ ਸਾਲਾਂ ਦੇ ਵਿੱਚ ਜਦੋਂ ਸਮੱਸਿਆ ਆਉਂਦੀ ਸੀ ਕਿ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ, ਤੇ ਜ਼ਿਮੀਂਦਾਰ ਰੇਲਵੇ ਸਟੇਸ਼ਨਾਂ ਤੇ ਜਾ ਕੇ ਬੈਠ ਜਾਂਦੇ ਸਨ ਕਿ ਕਦੋਂ ਟ੍ਰੇਨ ਆਵੇਗੀ, ਤੇ ਉਹਨਾਂ ਵਾਸਤੇ ਤੇ ਬੋਤਲਾਂ ਤੇ ਮੁਰਗਿਆਂ ਦਾ ਇੰਤਜ਼ਾਮ ਕਰਕੇ ਜ਼ਿਮੀਂਦਾਰ ਉੱਥੇ ਜਾਂਦੇ ਸਨ ਕਿ ਦੇਖੋ ਜੀ ਸਾਡੇ ਨਾਲ ਚੱਲੋ, ਤੇ ਰੇਟ ਮੁਕਾ ਕੇ ਤੇ ਫੇਰ ਲੇਬਰਾਂ ਆਉਂਦੀਆਂ ਸੀ। ਹੁਣ ਜਦੋਂ ਪਿਛਲੇ ਦਿਨਾਂ ਵਿੱਚ ਅਸੀਂ ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਸਾਂ ਤੇ ਬਹੁਤ ਸਾਰੀਆਂ ਟੂਰਿਸਟ ਤੇ ਸਕੂਲ ਬੱਸਾਂ ਦੇਖੀਆਂ ਗਈਆਂ ਜੋ ਪੰਜਾਬ ਦੇ ਵਿੱਚ ਭਰ ਕੇ ਆ ਰਹੀਆਂ ਨੇ। ਪਹਿਲਾਂ ਤਾਂ ਮੈਂ ਸੋਚਿਆ ਕਿ ਸ਼ਾਇਦ ਕੋਈ ਯਾਤਰਾ ਸ਼ੁਰੂ ਹੋ ਗਈ ਹੋਵੇ, ਜਾਂ ਅਮਰਨਾਥ ਦੀ ਜਾਂ ਵੈਸ਼ਨੋ ਦੇਵੀ ਜੀ ਜਾਂ ਚਿੰਤਪੁਰਨੀ ਦੀ ਕੋਈ ਯਾਤਰਾ ਜਾਂ ਕੋਈ ਹੋਰ ਮੇਲੇ ਤੇ ਕਿਤੇ ਜਾ ਰਹੇ ਹੋਣ, ਪਰ ਉਹ ਕੋਈ ਟੂਰਿਸਟ ਨਹੀਂ ਸਨ, ਉਹ ਕੋਈ ਸ਼ਰਧਾਲੂ ਨਹੀਂ ਸਨ, ਉਹ ਕਾਮੇ ਹੀ ਸਨ, ਜਿਨ੍ਹਾਂ ਨੂੰ ਫਿਰ ਸੜਕਾਂ ਤੇ ਗੱਡੀਆਂ ਰੋਕ ਕੇ ਜ਼ਿਮੀਂਦਾਰ ਲੈਣ ਆਉਂਦੇ ਨੇ ਤੇ ਟਰਾਲੀਆਂ ਵਿੱਚ ਜਾਂ ਕਿਸੇ ਜੀਪ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲੈ ਜਾਂਦੇ ਨੇ। ਇਸ ਵਾਰੀ ਝੋਨਾ ਲਾਉਣ ਵਾਸਤੇ ਲੇਬਰ ਜਿਹੜੀ ਹੈ ਪਿਛਲੇ ਸਾਲ ਨਾਲੋਂ ਘੱਟੋ ਘੱਟ ਦੁੱਗਣੀ ਨਹੀਂ ਤੇ 1.5 ਗੁਣਾ ਜ਼ਰੂਰ ਆਈ ਹੈ ਜੀ। ਔਰ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੂਪੀ ਤੇ ਬਿਹਾਰ ਦੇ ਵਿੱਚ ਰੁਜ਼ਗਾਰ ਦੇ ਹਾਲਤ ਕਿਹੋ ਜਿਹੇ ਨੇ। ਤੇ ਸਰਕਾਰ ਸਾਡੀ ਡੀਂਗਾ ਤਾਂ ਮਾਰਦੀ ਹੈ ਕਿ ਅਸੀਂ ਰੁਜ਼ਗਾਰ ਮੁਹੱਈਆ ਕਰਨੇ ਨੇ, ਪਰ ਤੁਸੀਂ ਹਾਲਾਤ ਦੇਖੋ ਸਵਲੀਨ ਜੀ, ਜਿਹੜੀ 450 ਰੁਪਏ ਦੀ ਟਿਕਟ ਟ੍ਰੇਨ ਦੀ ਲੈ ਕੇ ਕਦੇ ਮਜ਼ਦੂਰ ਆਇਆ ਕਰਦੇ ਸਨ, ਉਹ ਟ੍ਰੇਨਾਂ ਨਹੀਂ ਆ ਉਹਨਾਂ ਦੇ ਆਉਣ ਵਾਸਤੇ। ਉਹ 3500 ਰੁਪਏ ਦੀ ਬੱਸ ਦੀ ਟਿਕਟ ਜਿਹੜੀ ਹੈ ਪਰਸਨਲ ਬੱਸਾਂ ਬੁੱਕ ਕਰਕੇ, ਉਹ ਪੂਰੀ ਦੀ ਪੂਰੀ ਸਾਲਮ ਬੱਸ ਬੁੱਕ ਕਰਕੇ 3500 ਰੁਪਈਆ ਪਰ ਹੈਡ ਖਰਚ ਕੇ ਉਹ ਪੰਜਾਬ ਵਿੱਚ ਲੇਬਰ ਕਰਨ ਵਾਸਤੇ ਪਹੁੰਚ ਰਹੇ ਨੇ। ਇਹਨਾਂ ਵਿੱਚ ਉਹ ਲੇਬਰ ਵੀ ਸ਼ਾਮਲ ਹੈ ਜੋ ਕਦੇ ਦਿੱਲੀ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਵੀ ਹੋਇਆ ਕਰਦੀ ਸੀ। ਝੋਨੇ ਦੀ ਲੁਆਈ ਹੋ ਰਹੀ ਹੈ ਪੰਜਾਬ ਵਿੱਚ, ਪਰ ਥੋੜਾ ਜਿਹਾ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਕਿਸਮ ਦਾ ਇੱਕ ਸ਼ੰਕਾ ਜਿਹੜਾ ਹੈ ਉਹ ਬਣਿਆ ਹੋਇਆ ਕਿ ਪਤਾ ਨਹੀਂ ਇਹਦੀ ਖਰੀਦ ਹੋਵੇਗੀ ਸਹੀ ਕਿ ਨਹੀਂ। ਇੱਕ ਮੈਂ ਹੋਰ ਦੱਸ ਦੇਵਾਂ ਬਾਹਰ ਬੈਠੇ ਦਰਸ਼ਕਾਂ ਨੂੰ, ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਕਣਕ ਦੀ ਖਰੀਦ ਹੋ ਗਈ ਤੇ ਠੀਕ ਹੈ, ਅਜੇ ਵੀ ਕਈ ਮੰਡੀਆਂ ਦੇ ਵਿੱਚ ਕਣਕਾਂ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਜਿਹੜੀਆਂ ਗੋਦਾਮਾਂ ਵਿੱਚ ਪਹੁੰਚਣ ਲਈ ਉਡੀਕ ਕਰ ਰਹੀਆਂ ਨੇ। ਇਹ ਬਹੁਤ ਵੱਡੀ ਰਾਜਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ। ਇਸ ਵਾਰੀ ਪੰਜਾਬ ਦੇ ਵਿੱਚ ਬਹੁਤੀ ਜਿਹੜੀ ਖਰੀਦ ਹੈ ਉਹ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਮਾਰਕਫੈਡ ਤੇ ਪਨਸਪ ਨੇ ਕੀਤੀ ਹੈ। ਜੇ ਇਹ ਕਣਕ ਚੁਕਾਈ ਸਮੇਂ ਸਿਰ ਨਹੀਂ ਜਾਂਦੀ ਤੇ ਇਹਨਾਂ ਦੇ ਉੱਪਰ ਬਰਸਾਤ ਪੈਣੀ ਸ਼ੁਰੂ ਹੋ ਜਾਂਦੀ ਹੈ, ਤੇ ਨੁਕਸਾਨ ਕਿਸੇ ਦਾ ਨਹੀਂ ਬਲਕਿ ਪੰਜਾਬ ਸਰਕਾਰ ਦਾ ਹੋਵੇਗਾ ਤੇ ਇਹਨਾਂ ਅਦਾਰਿਆਂ ਦਾ ਹੋਵੇਗਾ ਜਿਹੜੇ ਮੁੜ ਕੇ ਪੈਰਾਂ ਤੇ ਕਦੀ ਖਲੋ ਨਹੀਂ ਸਕਣਗੇ। FCI ਨੇ ਘੱਟ ਖਰੀਦ ਕੀਤੀ ਹੈ ਤੇ ਉਹਨਾਂ ਨੇ ਸਾਂਭ ਲਈ ਹੈ ਕਣਕ, ਪਰ ਇਸ ਵਾਰੀ ਖੱਜਲ ਖੁਆਰ ਰੱਜ ਕੇ ਹੋਏ ਨੇ ਕਿਸਾਨ ਤੇ ਆੜ੍ਹਤੀਏ। ਅਜੇ ਤੱਕ ਮੰਡੀਆਂ ਦੇ ਵਿੱਚੋਂ ਕਣਕ ਨਹੀਂ ਚੁੱਕੀ ਗਈ। ਜੀ, ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਚੀਨੀ ਬ੍ਰਾਂਡ ਨੂੰ ਨਾ ਕਰਨ ਦੀ ਕੀ ਖਬਰ ਹੈ ਕੁਲਦੀਪ ਜੀ? ਟੋਕੀਓ ਦੇ ਵਿੱਚ ਓਲੰਪਿਕ ਹੋਣੀਆਂ ਨੇ। ਓਲੰਪਿਕ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੁੰਦਾ ਹੈ, ਗਰਮੀ ਦੀ ਰੁੱਤ ਦੀਆਂ ਸਮਰ ਓਲੰਪਿਕ। ਉਹਨਾਂ ਵਾਸਤੇ ਭਾਰਤੀ ਵਫਦ ਜਾਵੇਗਾ। ਹਾਲਾਂਕਿ ਓਲੰਪਿਕ ਦੇ ਵਿੱਚ ਭਾਰਤ ਦਾ ਰਿਕਾਰਡ ਜਿਹੜਾ ਹੈ ਕੋਈ ਬਹੁਤਾ ਮਾਣ ਮਤਾ ਨਹੀਂ ਹੈ। ਹਾਕੀ ਤੋਂ ਬਿਨਾਂ ਸਿਰਫ ਇੱਕ 골ਡ ਹੈ ਜੋ ਅਭਿਨਵ ਬਿੰਦਰਾ ਨੇ ਜਿੱਤਿਆ ਸੀ, ਤੇ ਸੁਸ਼ੀਲ ਕੁਮਾਰ ਨੇ 2 ਮੈਡਲ ਜਿੱਤੇ ਸਨ, ਇੱਕ ਵਾਰੀ ਸਿਲਵਰ ਤੇ ਇੱਕ ਵਾਰੀ ਬ੍ਰੋਂਜ਼। ਪਰ ਟੋਕੀਓ ਦੇ ਵਿੱਚ ਓਲੰਪਿਕ ਜਿਹੜੀ ਹੈ ਛੇਤੀ ਸ਼ੁਰੂ ਹੋਣ ਜਾ ਰਹੀ ਹੈ। ਦਰਸ਼ਕਾਂ ਦੀ ਉੱਥੇ ਗੈਰ ਮੌਜੂਦਗੀ ਹੋਵੇਗੀ ਤੇ ਕੋਵਿਡ ਦੇ ਨਿਯਮਾਂ ਦਾ ਬਹੁਤ ਚੰਗੀ ਤਰ੍ਹਾਂ ਪਾਲਣ ਕੀਤੇ ਜਾਣ ਦੀ ਸੰਭਾਵਨਾ ਹੈ। ਜਾਪਾਨ ਹੈ ਉਹ ਮੁਲਕ, ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਸਿਸਟਮ ਕਿਹੋ ਜਿਹਾ ਤੇ ਕਿਸ ਤਰ੍ਹਾਂ ਸੂਈ ਦੇ ਨੱਕੇ ਦੇ ਵਿੱਚੋਂ ਦੀ ਵਸਤੂ ਨੂੰ ਲਗਾ ਦਿੰਦੇ ਨੇ ਉਹ। ਉਹਨਾਂ ਵੱਲੋਂ ਪ੍ਰਬੰਧ ਕੀਤੇ ਜਾਣਗੇ ਆਪਣੇ ਤੌਰ ਤੇ, ਪਰ ਭਾਰਤ ਸਰਕਾਰ ਨੇ ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਜਿਹੜੇ ਪ੍ਰਬੰਧ ਕਰਨੇ ਹੁੰਦੇ ਨੇ ਖਿਡਾਰੀਆਂ ਨੂੰ ਉੱਥੇ ਲਿਜਾਣ ਦੇ, ਸਭ ਕੁਝ ਇੱਥੋਂ ਤੱਕ ਕਿ ਉਹਨਾਂ ਦੀਆਂ ਕਿੱਟਾਂ ਦਾ ਸਭ ਕੁਝ ਪ੍ਰਬੰਧ ਕਰਨਾ ਹੁੰਦਾ ਹੈ। ਤੇ ਇੱਕ ਚੀਨੀ ਕੰਪਨੀ ਹੈ ਜਿਸ ਨੇ ਕਿੱਟ ਡਿਜ਼ਾਈਨ ਕੀਤੀ ਹੈ ਤੇ ਉਸ ਦਾ ਲੋਗੋ ਜਿਹੜਾ ਹੈ ਖਿਡਾਰੀਆਂ ਦੀਆਂ ਜਰਸੀਆਂ ਦੇ ਉੱਪਰ
ਜਾਂ ਟਰਾਊਜ਼ਰ ਦੇ ਉੱਪਰ ਲੱਗਿਆ ਹੋਣਾ ਸੀ, ਉਸ ਕੰਪਨੀ ਨੂੰ ਪਹਿਲਾਂ ਤੇ ਮਨਜ਼ੂਰੀ ਦੇ ਦਿੱਤੀ ਗਈ। ਕੁਝ ਦਿਨ ਪਹਿਲਾਂ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਆਖਿਆ ਕਿ ਆਹ ਜਿਹੜੀ ਕਿੱਟ ਹੈ ਇਹ ਚਾਈਨਾ ਦੇ ਇੱਕ ਡਿਜ਼ਾਈਨਰ ਦੀ ਤਿਆਰ ਕੀਤੀ ਹੋਈ ਤੇ ਉਸ ਦਾ ਲੋਗੋ ਰਹੇਗਾ ਤੇ ਇਹ ਜਿਹੜੀ ਹੈ ਖਿਡਾਰੀ ਪਾਉਣਗੇ ਤੇ ਇਹ ਸਾਡੇ ਖਿਡਾਰੀਆਂ ਵਾਸਤੇ ਤਿਆਰ ਕੀਤੀ ਗਈ ਹੈ। ਤੇ ਹੁਣ ਸਰਕਾਰ ਨੇ ਸ਼ਾਇਦ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੂੰ ਅੰਦਰ ਖਾਤੇ ਗੱਲ ਆਖ ਦਿੱਤੀ ਹੈ ਕਿ ਭਾਈ ਅਸੀਂ ਚੀਨੀ ਬ੍ਰਾਂਡ ਪ੍ਰਮੋਟ ਨਹੀਂ ਕਰਨੇ, ਇਸ ਕਰਕੇ ਇਹ ਕਿੱਟ ਜਿਹੜੀ ਹੈ ਇਹ ਨਹੀਂ, ਤੇ ਬਿਨਾਂ ਲੋਗੋ ਤੋਂ ਤੇ ਬਿਨਾਂ ਅਨਬ੍ਰਾਂਡਡ ਕਿੱਟ ਜਿਹੜੀ ਹੈ ਉਹੀ ਸਾਡੇ ਖਿਡਾਰੀ ਪਾਉਣਗੇ ਤੇ ਉਹੀ ਇਹ ਵਰਤਣਗੇ, ਇਸ ਕਰਕੇ ਇਹਨੂੰ ਅਸੀਂ ਨਾ ਕਰਦੇ ਹਾਂ। ਹੁਣ ਹੈਰਾਨੀ ਦੀ ਗੱਲ ਇਹ ਹੈ, ਕ੍ਰਿਕਟ ਜੋ ਸਾਡੀ ਸਭ ਤੋਂ ਵੱਡੀ ਖੇਡ ਹੈ ਭਾਰਤ ਦੀ, ਉੱਥੇ ਤੇ ਦੇਖੋ ਓਪੋ ਤੇ ਵੀਵੋ ਕਿਸ ਦੀਆਂ ਕੰਪਨੀਆਂ ਨੇ, ਉਹ ਵੀ ਤੇ ਚਾਈਨੀਜ਼ ਨੇ। ਹੋਰ ਸਾਡੇ ਚਾਈਨੀਜ਼ ਵਸਤਾਂ ਦੀ ਭਰਮਾਰ ਹੈ ਸਾਡੇ ਮਾਰਕੀਟ ਦੇ ਵਿੱਚ, ਤੇ ਇਹ ਓਲੰਪਿਕ ਦੇ ਖਿਡਾਰੀਆਂ ਵਾਸਤੇ ਜੇ ਕੋਈ ਚੰਗੀ ਕਿੱਟ ਸੀ ਤੇ ਸਰਕਾਰ ਨੇ ਇਹ ਕੋਈ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ। ਇਸ ਤਰ੍ਹਾਂ ਖੜੇ ਪੈਰ ਕੋਈ ਗੱਲ ਕਰਨ ਦਾ ਤਾਂ ਕੋਈ ਆਈਡੀਆ ਨਹੀਂ ਬਣਦਾ। ਇਹ ਇੱਕ ਹੋਰ ਮੁਕਾਬਲਾ ਜਿਹੜਾ ਭਾਰਤ ਚੀਨ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਗਾਹੇ ਵਗਾਹੇ ਦੁਨੀਆ ਦੀ ਮਾਰਕੀਟ ਦੇ ਵਿੱਚ, ਪਰ ਅਜੇ ਦਿੱਲੀ ਦੂਰ ਹੈ। ਕੁਲਦੀਪ ਜੀ, ਕਤਲ ਕੇਸ 'ਚ ਫਸੇ ਪਹਿਲਵਾਨ ਸੁਸ਼ੀਲ ਕੁਮਾਰ ਨੇ ਸੁਣਿਆ ਜੇਲ੍ਹ 'ਚ ਬੈਠੇ ਨੇ ਕੁਝ ਮੰਗਾਂ ਰੱਖੀਆਂ ਨੇ, ਉਹ ਕੀ ਕਹਿੰਦੇ ਨੇ ਹੁਣ? ਸੁਸ਼ੀਲ ਕੁਮਾਰ ਨੂੰ ਵੀ ਉਮੀਦ ਹੈ ਕਿ ਮੈਂ ਵੀ ਓਲੰਪਿਕ ਦੇ ਵਿੱਚ ਜਾਣਾ, ਤੇ ਅਜੇ ਵੀ ਉਮੀਦ ਉਹ ਲਾਈ ਬੈਠੇ ਨੇ, ਉਮੀਦ ਤੇ ਖਤਮ ਨਹੀਂ ਹੋਈ ਉਹਨਾਂ ਦੀ। ਇਸ ਗੱਲ ਦਾ ਤੇ ਮਾਣ ਹੈ ਕਿ ਇੱਕੋ ਇੱਕ ਖਿਡਾਰੀ ਨੇ ਜਿਨ੍ਹਾਂ ਨੇ 2 ਓਲੰਪਿਕ ਦੇ ਇੰਡੀਵਿਜੂਅਲ ਜਿੱਤੇ ਨੇ, ਹਾਕੀ ਦੇ ਤੇ 4-4 골ਡ ਮੈਡਲ ਵੀ ਹਨ। ਪਰ ਸੁਸ਼ੀਲ ਕੁਮਾਰ ਪਹਿਲਵਾਨ ਬਹੁਤ ਵਧੀਆ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਜੇਲ੍ਹ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਜੋ ਦਿੱਤਾ ਜਾਂਦਾ ਹੈ ਉਹ 5 ਰੋਟੀਆਂ ਨੇ, 2 ਕਿਸਮ ਦੀ ਸਬਜ਼ੀ ਤੇ 1 ਕਿਸਮ ਦੀ ਦਾਲ ਹੈ, ਤੇ ਇੱਕ ਅੱਧੀ ਚੀਜ਼ ਕੋਈ ਸ਼ਾਇਦ ਜਿਹੜੀ ਹੈ ਉਹਨਾਂ ਨੂੰ ਹੋਰ ਹੈ ਉਹ ਦਿੱਤੀ ਜਾਂਦੀ ਹੈ ਜੇਲ੍ਹ ਦੇ ਵਿੱਚ। ਪਰ ਜੇਲ੍ਹ ਮੈਨਿਊ ਦੇ ਵਿੱਚ ਉਹ ਕਹਿੰਦੇ ਨੇ ਕਿ ਮਹੀਨੇ ਦਾ 6000 ਰੁਪਈਆ ਖਰਚ ਕੇ ਜੇਲ੍ਹ ਦੀ ਕੰਟੀਨ ਤੋਂ ਕੋਈ ਵਾਧੂ ਚੀਜ਼ਾਂ ਵੀ ਲੈ ਸਕਦੇ ਨੇ। ਸੋ ਇਹ ਉਹ ਖਰੀਦ ਸਕਦੇ ਨੇ, ਪਰ ਉਹਨਾਂ ਵਾਸਤੇ ਤੇ ਬਹੁਤ ਜ਼ਿਆਦਾ ਖੁਰਾਕ ਦੀ ਲੋੜ ਹੈ। ਹੁਣ ਉਹ ਕੀ ਮੰਗ ਰਹੇ ਨੇ? ਇੱਕ ਤਾਂ ਉਹ ਕਹਿੰਦੇ ਨੇ ਕਿ ਵਰਕਆਊਟ ਵਾਸਤੇ ਮੈਨੂੰ ਬੈਂਡ ਚਾਹੀਦੇ ਨੇ, ਐਕਸਰਸਾਈਜ਼ ਮਸ਼ੀਨਾਂ ਚਾਹੀਦੀਆਂ ਨੇ, ਓਮੇਗਾ 3 ਦੇ ਕੈਪਸੂਲ ਚਾਹੀਦੇ ਨੇ, ਤੇ ਮਲਟੀ ਵਿਟਾਮਿਨ ਤੇ ਪ੍ਰੋਟੀਨ ਸ਼ੇਕਸ ਜਿਹੜੀਆਂ ਹਨ ਮੈਨੂੰ ਜ਼ਰੂਰੀ ਨੇ। ਇਹ ਸਾਰੀਆਂ ਚੀਜ਼ਾਂ ਮੈਨੂੰ ਖਾਣ ਦੀ ਇਜਾਜ਼ਤ ਦਿੱਤੀ ਜਾਵੇ, ਲਿਆਉਣ ਦੀ ਜੇਲ੍ਹ ਦੇ ਵਿੱਚ ਇਜਾਜ਼ਤ ਦਿੱਤੀ ਜਾਵੇ, ਤਾਂ ਕਿ ਮੈਂ ਆਪਣੀ ਐਕਸਰਸਾਈਜ਼ ਜਾਰੀ ਰੱਖਾਂ ਤੇ ਮੈਂ ਓਲੰਪਿਕ ਦੇ ਵਿੱਚ ਜਾਵਾਂ। ਹੁਣ ਸੁਸ਼ੀਲ ਕੁਮਾਰ ਦੀਆਂ ਇਹਨਾਂ ਮੰਗਾਂ ਤੇ ਫੈਸਲਾ ਤਾਂ ਅਦਾਲਤ ਕਰੇਗੀ, ਪਰ ਕੀ ਉਹਨਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਸਕਦੀ ਹੈ? ਕਿ ਇਸ ਵੇਲੇ ਜਦੋਂ ਇਸ ਤਰ੍ਹਾਂ ਦੇ ਵੱਡੇ ਕਤਲ ਕੇਸ ਦੇ ਵਿੱਚ ਫਸੇ ਹੋਏ ਨੇ, ਤੇ ਜਦੋਂ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੋਵੇ ਜਿਸ ਦੇ ਵਿੱਚ ਉਹ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਨੂੰ ਖੁਦ ਕੁੱਟਦੇ ਨਜ਼ਰ ਆਏ ਹੋਣ, ਕੀ ਉਹਨਾਂ ਨੂੰ ਇਸ ਤਰ੍ਹਾਂ ਦੀ ਜ਼ਮਾਨਤ ਮਿਲ ਸਕੇਗੀ? ਕੀ ਉਹ ਜਾ ਸਕਣਗੇ? ਇਹ ਸਾਰੇ ਸਵਾਲ ਨੇ। ਪਰ ਸੁਸ਼ੀਲ ਕੁਮਾਰ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਮੰਗ ਜਿਹੜੀ ਰੱਖੀ ਹੈ ਅਦਾਲਤਾਂ ਦੇ ਅੱਗੇ, ਉਹ ਬੜੀ ਅਜੀਬੋ-ਗਰੀਬ ਹੈ, ਕਿਉਂਕਿ ਬਹੁਤ ਸੀਰੀਅਸ ਚਾਰਜਸ ਉਹਨਾਂ ਤੇ ਕਤਲ ਦੇ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੱਗੇ ਹੋਏ ਨੇ, ਜਿਨ੍ਹਾਂ ਦੇ ਜਵਾਬ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਦੇਣੇ ਪੈਣਗੇ। ਉਹਨਾਂ ਨੂੰ ਕਈ ਥਾਵਾਂ ਤੇ ਪੁਲਿਸ ਲੈ ਕੇ ਜਾ ਰਹੀ ਹੈ। ਕੀ ਇਸ ਤਰ੍ਹਾਂ ਦੀ ਬੇਲ ਜ਼ਮਾਨਤ ਉਹਨਾਂ ਨੂੰ ਮਿਲ ਜਾਵੇਗੀ, ਜਾਂ ਪਾਸਪੋਰਟ ਉਹਨਾਂ ਨੂੰ ਇਸ਼ੂ ਹੋਵੇਗਾ, ਤੇ ਕੀ ਜੋ ਜਾਪਾਨ ਨੂੰ ਜਾਂਦੇ ਨੇ ਤੇ ਉੱਥੋਂ ਵਾਪਸ ਆਉਣਗੇ? ਇਹ ਸਾਰੇ ਸਵਾਲ ਆਉਣ ਵਾਲੇ ਦਿਨਾਂ 'ਚ ਬਣੇ ਰਹਿਣਗੇ। ਜੀ ਕੁਲਦੀਪ ਜੀ, ਮੁੱਦੇ ਤੇ ਹਾਲੇ ਬਹੁਤ ਨੇ, ਪਰ ਸਮਾਂ ਸਾਡੇ ਕੋਲ ਬਹੁਤ ਘੱਟ ਹੈ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਨਵਾਂ ਪ੍ਰੋਗਰਾਮ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।